की साथ। वाहिगुरु जी का खालसा वाहिगुरु जी की फतेह। सतगुरु श्री गुरु ग्रंथ साहिब महाराज जी की पवित्र हजूरी अंदर धन बाबा जोरावर सिंह जी, धन बाबा फतेह सिंह जी, धन मात गुजर कौर जी के महान शहीदी अस्थान ते अदब प्यार विच सजी साध संगत गुरुदेव पातशाह हजूर की रहमत सदका गुरु हजूरी अंदर बैठ के गोर इतिहास की लड़ी नाल आप जी जुड़े हो। विचार की आरंभता करन तो पहला जो गुरमत का सिद्धांत है, जो सिख का धर्म है, सारी कायनात का भला मंगना, हर दुखीए दर्दमंद वास्ते गुरु साहब जी ने सानू अधिकार दिता। जी की बिरथा होए सो गुर पै है अरदास कर। गुरु चरना विच अरदास जोदड़ी करनी साध संगत। सो इस भयानक समय के दौरान जिथे सारी मनुखता त्राह त्राह कर रही है, उथे सिख जिथे सरबत के भले दे अमल करता है, कारज करता है, उथे अरदास भी करता है कि जगत जलंदा रख लै अपनी किरपा तार। तो सारी मानवता के भले वास्ते, हर दुखीए वास्ते, और ख़ास तौर पर सड़कों पर बैठ के अद्धे वरे तो संघर्ष लड़ रहे मेहनत कशां वास्ते, उन्हां दी चढ़दी कला लई, सेहतयाबी लई अपना योगदान पाओ। अपनी भावना करके, शरधा करके दो छिन लेखे चलाइए। सब सिमरो जी वाहिगुरु 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 सतनाम श्री वाहिगुरु। श्री आनंदपुर साहब नूं लगभग 8 महीनों तो घेरा दिल्ली दीयां फौजां, सरहंद दीयां फौजां, लाहौर मलेरकोटले दीयां फौजां, जम्मू कश्मीर दीयां फौजां, उत्तरी भारत दीयां सारियां फौजां दिल्ली समेत ते सारे 22 धार दे राजे घेरा घत के बैठे हुए। राशन पानी मुक चुकिया, सिंह भुख तो आतर ने। गुरु पातशाह जी नूं मशवरा देने वाले सिंह कहन लगे, सच्चे पातशाह कुछ कु सिंह जिन्हां दी ये राय सी कि जिंदगी बचाउण वास्ते आनंदपुर साहब तो निकल जाना चाहिए। गुरुदेव जी श्री आनंदपुर साहब छड्डण लई जां पहाड़ी राजियां दे बार बार भेजे हुए सुनेहियां दे उत्ते, बार बार भेजियां हुई अर्जां गुजारिशां उत्ते महाराज विश्वास नहीं सी कर रहे। ओढ़क औरंगजेब ने कुरान मजीद की जिल्द के उत्ते लिखत भेजी, दस्तखत करके भेजे। सैयद के हथ, एक धार्मिक शख्सियत के हथ, पहाड़ी राजियां ने एक पुरोहित बुलाया, पुजारी बुलाया, ते सैयद दिजबर लीन हकार धेन चून की धर कर थारी राखे साल ग्राम अगारी। नाल साल ग्राम पत्थर जिन्हों विष्णु का अवतार मानते सी, आटे की गां रखी ते नाल उहदे एक नंगी जिहड़ी करद शुरा सी
ਜਿੱਥੇ ਕਾਗਜ਼ ਰੱਖਿਆ ਉੱਤੇ ਧੇਨ ਨਿਕਟ ਧਰ ਛੁਰੀ ਨਗਨ ਕੀ, ਸ਼੍ਰੀ ਗੁਰੂ ਤਕੈ ਜੇ ਬੁਰਾ ਤਿਹਾਰੋ, ਲੱਗੈ ਪਾਕ ਗੋ ਵੱਧ ਕੋ ਪਰ। ਸਮਝ ਲਓ ਅਸੀਂ ਗਾਂ ਮਾਰ ਦਿੱਤੀ ਜੇ ਅਸੀਂ ਮਨ 'ਚ ਸੋਚੀਏ ਵੀ ਤੁਹਾਡਾ ਬੁਰਾ, ਤੇ ਅਸੀਂ ਇਹ ਆਪਣੇ ਧਰਮ ਚਿੰਨ੍ਹ ਇਸ ਲਈ ਭੇਜ ਰਹੇ ਹਾਂ ਵੀ ਹੁਣ ਇਹ ਜਾਮਨ ਨੇ, ਇਹਨਾਂ ਦਾ ਵਾਸਤਾ ਪਾਉਂਦੇ ਹਾਂ ਅਸੀਂ। ਅੱਗੇ ਚਿੱਠੀਆਂ ਭੇਜੀਆਂ ਸੀ। ਸੈਯਦ ਕੁਰਾਨ ਮਜੀਦ ਸਿਰ ਤੇ ਚੁੱਕ ਕੇ ਲਿਆਇਆ, ਪ੍ਰੋਹਤ ਪੁਜਾਰੀ ਆਏ, ਸੱਚੇ ਪਾਤਸ਼ਾਹ ਮਹਾਰਾਜ ਕੋਲ ਪਹੁੰਚੇ, ਦਰਬਾਰ ਸਜਿਆ ਹੋਇਆ। ਇੱਥੋਂ ਤੱਕ ਵਿਚਾਰ ਕੱਲ੍ਹ ਆਪਨੇ ਸੁਣੀ ਸੀ। ਇਸ ਤੋਂ ਅੱਗੇ ਵਿਚਾਰ ਦੀ ਆਰੰਭਤਾ ਕਰੀਏ। ਸਾਹਿਬ ਸਮੱਤ ਸੋਝੀ ਬਖਸ਼ਣ, ਆਪ ਸੰਗਤ ਪਿਆਰ ਅਸੀਸ ਬਖਸ਼ੋ, ਜੁੜੋ ਪ੍ਰੇਮ ਵਿੱਚ ਸਭ, ਜਪੋ ਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ, ਫਿਰ ਸਿਮਰੋ ਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਪ੍ਰਥਮ ਗੁਰੂ ਪਗ ਬੰਦਨ ਕੀਨਾ। ਇਹ ਆਏ ਸੈਯਦ ਦਿਜਬਰ ਤੇ ਨਾਲ ਹੋਰ ਦਰਬਾਰੀ ਦੂਤ ਵਕੀਲ ਆਦਿਕ ਸਨ ਜੀ, ਜਿਹੜੇ ਐਲਕਾਰ ਸਰਕਾਰੀ, ਮਹਾਰਾਜ ਦੇ ਚਰਨਾਂ 'ਚ ਆ ਕੇ ਕੁਰਾਨ ਮਜੀਦ ਕੁਰਾਨੇ ਪਾਕ ਸਿਰ ਤੇ ਚੁੱਕਿਆ ਹੋਇਆ, ਤੇ ਨਾਲ ਇਹ ਜਿਹੜਾ ਦਿਜ ਸੀ, ਬ੍ਰਾਹਮਣ ਸੀ, ਪੁਜਾਰੀ ਸੀ, ਇਹਨੇ ਧੇਨ ਚੂਨ ਕੀ, ਆਟੇ ਦੀ ਗਾਂ, ਸਾਲਗ੍ਰਾਮ ਤੇ ਨਾਲ ਸ਼ੁਰਾ, ਨੰਗੀ ਕਰਦ ਸ਼ੁਰਾ ਜਿਹੜਾ ਸੀ ਨੰਗਾ, ਮਿਆਨ ਤੋਂ ਬਿਨਾਂ, ਇਹ ਰੱਖਿਆ। ਆ ਕੇ ਗੁਰਦੇਵ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਇਹਨਾਂ ਨੇ ਪਹਿਲਾਂ ਨਮਸਕਾਰ ਕੀਤੀ। ਸ਼ਾਹੋ ਹਕੀਕਤ ਸਭ ਕਹਿ ਦੀਨਾ। ਨਾਲ ਜ਼ੁਬਾਨੀ ਸਾਰੀ ਗੱਲ ਆਖੀ ਵੀ ਇਸ ਫਰਿਆਦ ਭੇਜੀ। ਮੈਂ ਇਸ ਗੱਲ ਤੇ ਬਹੁਤ ਧਿਆਨ ਤੁਹਾਡੇ ਚਰਨਾਂ 'ਚ ਬੇਨਤੀ ਕਰਦਾ ਵੀ ਕੇਂਦਰਿਤ ਕਰਨਾ, ਇਹ ਸ਼ਾਹੀ ਫਰਮਾਨ ਨਹੀਂ ਹੈ, ਇਹ ਰਾਜੇ ਮਹਾਰਾਜਿਆਂ ਦਾ ਆਦੇਸ਼ ਨਹੀਂ ਹੈ, ਇਹ ਬੇਨਤੀ ਪੱਤਰ ਹੈ, ਤੇ ਉਹ ਵੀ ਧਰਮ ਦੇ ਚਿੰਨ੍ਹਾਂ ਨੂੰ ਜਾਮਨ ਬਣਾ ਕੇ, ਧਰਮ ਨੂੰ ਜਾਮਨ ਬਣਾ ਕੇ। ਕਿਉਂਕਿ ਸ਼ਾਹੀ ਫਰਮਾਨ ਇਸ ਤਰ੍ਹਾਂ ਨਹੀਂ ਆਉਂਦੇ ਹੁੰਦੇ। ਸ਼ਾਹੀ ਫਰਮਾਨ ਹੰਕਾਰ ਤੇ ਹੈਂਕੜ 'ਚ ਆਉਂਦੇ ਹੁੰਦੇ ਆ, ਉਹ ਮੰਨਣ ਵਾਸਤੇ ਪਾਬੰਦ ਹੋਣਾ ਪੈਂਦਾ ਵੀ ਫਰਮਾਨ ਆਇਆ ਤੁਹਾਨੂੰ। ਪਰ ਇੱਥੇ ਧਰਮ ਦੇ ਚਿੰਨ੍ਹ ਤੇ ਧਾਰਮਿਕ ਪੁਰਖਾਂ ਨੂੰ ਵਕਤ ਦੇ ਹਾਕਮ ਆਪਣੀ ਗਰਜ ਵਾਸਤੇ ਵਰਤਣਾ ਚਾਹੁੰਦੇ ਆ। ਸੋ ਗੁਰੂ ਪਾਤਸ਼ਾਹ ਜੀ ਨੂੰ ਆ ਕੇ ਸਾਰੀ ਗੱਲ, ਇਹ ਜਿਹੜੇ ਆਏ ਸੀ ਵਸਤੂਆਂ ਲੈ ਕੇ, ਜਿਹੜੇ ਆਪਣੀਆਂ ਜ਼ਮੀਰਾਂ ਨੂੰ ਵਕਤ ਦਿਆਂ ਹਾਕਮਾਂ ਦੇ ਅੱਗੇ ਵੇਚ ਚੁੱਕੇ ਨੇ, ਜਿਨ੍ਹਾਂ ਨੂੰ ਆਪ ਧਰਮ ਦੇ ਆਗੂ ਹੁੰਦਿਆਂ, ਧਰਮ ਦੇ ਭੇਸ ਵਿੱਚ ਜੁੰਦਿਆਂ ਧਰਮ ਦਾ ਕੋਈ ਅਦਬ ਸਨਮਾਨ ਨਹੀਂ ਹੈ, ਨਾ ਕੁਰਾਨੇ ਪਾਕ ਦਾ ਸਤਿਕਾਰ ਹੈ, ਤੇ ਨਾ ਸਾਲਗ੍ਰਾਮ ਦਾ ਕੋਈ ਆਦਰ ਹੈ, ਤੇ ਨਾ ਜਿਹਨੂੰ ਗਾਂ ਮਾਂ ਕਹਿੰਦੇ ਆ ਉਹਦਾ ਕੋਈ ਸਨਮਾਨ ਹੈ। ਹਾਕਮਾਂ ਦੇ ਹੱਥ ਠੋਕੇ ਬਣ ਕੇ ਇਹ ਦਿਜਬਰ ਤੇ ਇਹ ਜਿਹੜਾ ਮੁਲਾਣਾ ਸੀ ਸੱਚੇ ਪਾਤਸ਼ਾਹ ਕੋਲ ਪਹੁੰਚ ਗਏ ਜੀ, ਤੇ ਗੁਰਦੇਵ ਜੀ ਦੇ ਨਾਲ ਆ ਕੇ ਬਚਨ ਕਰਨ ਲੱਗੇ, ਗੱਲਾਂ ਕਰਨ ਲੱਗੇ। ਇਹ ਦੇਖੋ ਹਜ਼ਰਤ ਨਿਜ ਸਾਥ। ਇਹ ਦੇਖੋ ਹਜ਼ਰਤ ਨਿਜ ਹਾਥ। ਆ ਵੇਖੋ ਮਹਾਰਾਜ ਜੀ, ਬਾਦਸ਼ਾਹ ਨੇ ਆਪਣੇ ਹੱਥਾਂ ਦੇ ਨਾਲ, ਹਜ਼ਰਤ ਮਤਲਬ ਬਾਦਸ਼ਾਹ ਸ਼ਹਿਨਸ਼ਾਹ ਔਰੰਗਜ਼ੇਬ, ਨਿਜ ਹਾਥ। ਆ ਵੇਖੋ, ਆ ਬੇਨਤੀ ਪੱਤਰ ਹੈ ਜੀ। ਤੇ ਉਹਨੇ ਦਰਬਾਰੀਆਂ ਕੋਲੋਂ ਫਰਮਾਨ ਨਹੀਂ ਲਿਖਾਇਆ ਕੋਈ ਆਪਣੇ ਸ਼ਾਹੀ ਕਾਗਜ਼ ਦੇ ਉੱਤੇ, ਬਲਕਿ ਆਪਣੇ ਹੱਥਾਂ ਦੇ ਨਾਲ ਸਤਿਗੁਰ ਜੀ ਤੁਹਾਨੂੰ ਬੇਨਤੀ ਲਿਖ ਕੇ ਭੇਜੀ ਹੈ। ਲਿਖ ਕਰ ਪਠਿਓ ਆਪ ਕੇ ਸਾਥ। ਲਿਖ ਕਰ ਪਠਿਓ, ਨਿਜ ਕਰ, ਆਪਣੇ ਹੱਥਾਂ ਦੇ ਨਾਲ ਬਾਦਸ਼ਾਹ ਨੇ ਇਹ ਬਿਨੈ ਪੱਤਰ ਤੁਹਾਡੇ ਵੱਲ ਭੇਜਿਆ ਹੈ। ਇਹ ਸੈਯਦ ਸਿਰ ਧਰੀ ਕੁਰਾਨ। ਤੇ ਆ ਸੈਯਦ ਜੀ, ਆ ਜਿਹੜਾ ਧਾਰਮਿਕ ਪੁਰਖ ਹੈ, ਇਹਨੇ ਸਿਰ ਦੇ ਉੱਤੇ ਕੁਰਾਨੇ ਪਾਕ ਰੱਖਿਆ ਹੋਇਆ, ਇਸਲਾਮ ਦਾ ਧਰਮ ਗ੍ਰੰਥ। ਮੈਂ ਫਿਰ ਇੱਥੇ ਅਰਜ਼ ਕਰ ਰਿਹਾ, ਨਾ ਇੱਥੇ ਇਸਲਾਮ ਦੋਸ਼ੀ ਹੈ, ਨਾ ਕੁਰਾਨੇ ਪਾਕ ਦੋਸ਼ੀ ਹੈ। ਇੱਥੇ ਉਹ ਲੋਕ ਗੁਨਾਹਗਾਰ ਨੇ ਜਿਹੜੇ ਧਰਮ ਦੇ ਬੁਰਕੇ ਹੇਠਾਂ ਤੇ ਜਾਂ ਫਿਰ ਆਪਣੇ ਹਿੱਤਾਂ ਲਈ ਧਰਮ ਨੂੰ ਵਰਤਣ ਵਾਲੇ ਆ। ਸਤਿ ਇੱਥੇ ਧਰਮ ਦੀ ਬੁਰਾਈ ਨਹੀਂ ਹੈ, ਨਾ ਇਸਲਾਮ ਦੀ ਬੁਰਾਈ ਹੈ, ਨਾ ਹਿੰਦੂ ਧਰਮ ਦੀ ਬੁਰਾਈ ਹੈ, ਪਰ ਉਹਨੂੰ ਵਰਤਣ ਵਾਲੇ ਨੇ ਜਿਹੜੇ ਧਰਮ ਦੇ ਬੁਰਕੇ ਹੇਠਾਂ, ਅਖੌਤੀ ਧਰਮ ਦੇ ਆਗੂ ਜਿਹੜੇ ਆਪਣੀਆਂ ਜ਼ਮੀਰਾਂ ਨੂੰ ਹਾਕਮਾਂ ਦੇ ਅੱਗੇ ਵੇਚ ਚੁੱਕੇ ਨੇ, ਤੇ ਦੂਜੇ ਪਾਸੇ ਆਪਣੀਆਂ ਗਰਜਾਂ ਵਾਸਤੇ ਪਦਵੀਆਂ ਤੇ ਬੈਠੇ ਹਾਕਮ ਜਿਹੜੇ ਧਰਮ ਦੇ ਆਗੂਆਂ ਨੂੰ ਵੀ ਵਰਤ ਰਹੇ ਆ ਤੇ ਧਰਮ ਨੂੰ ਵੀ ਵਰਤ ਰਹੇ।
ਇਹ ਦੋਸ਼ੀ ਨੇ, ਧਰਮ ਦੋਸ਼ੀ ਨਹੀਂ ਹੈ। ਸਾਧ ਸੰਗਤ, ਸਿੱਖ ਸਦਾ ਹਰ ਧਰਮ ਦਾ ਸਤਿਕਾਰ ਕਰਦਾ, ਨਫ਼ਰਤ ਨਹੀਂ ਹੈ। ਨਾ ਹਿੰਦੂ ਧਰਮ ਨਾਲ ਨਫ਼ਰਤ ਹੈ, ਨਾ ਇਸਲਾਮ ਨਾਲ ਨਫ਼ਰਤ ਹੈ। ਸੋ ਕਿਆ ਜੀ, ਵੇਖੋ ਜੀ, ਇਹ ਸੈਯਦ ਸਿਰ ਧਰੀ ਕੁਰਾਨ, ਇਹਨਾਂ ਨੇ ਸਿਰ ਦੇ ਉੱਤੇ ਕੁਰਾਨੇ ਪਾਕ ਚੁੱਕਿਆ ਹੋਇਆ। ਆਹ ਆਟੇ ਦੀ ਗਾਂ ਹੈ, ਸਾਲਗ੍ਰਾਮ ਪੱਥਰ ਹੈ, ਇਹ ਭਗਵਾਨ ਹੈ ਜੀ ਸਾਡਾ ਵਿਸ਼ਨੂੰ ਜੀ ਮਹਾਰਾਜ। ਬੜਾ ਕਮਾਲ ਦਾ ਦਿਖਾਵਾ ਸੀ ਜੀ। ਸੱਚੇ ਪਾਤਸ਼ਾਹ ਵੇਖ ਰਹੇ ਆ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ। ਗੁਰਦੇਵ ਜੀ ਗਹੁ ਨਾਲ ਸਭ ਕੁਝ ਤੱਕ ਰਹੇ ਹਨ। ਕਸਮ ਪੈਗੰਬਰ ਲਿਖੀ ਮਹਾਨ। ਤੇ ਆ ਆਪਣੇ ਹੱਥਾਂ ਦੇ ਨਾਲ ਔਰੰਗਜ਼ੇਬ ਨੇ ਮਹਾਰਾਜ ਜੀ ਪੈਗੰਬਰ ਦੀ ਸਹੁੰ ਲੱਗੇ, ਪੈਗੰਬਰ ਨੂੰ ਜਾਮਨ ਬਣਾਇਆ ਹੈ, ਕੁਰਾਨੇ ਪਾਕ ਨੂੰ ਜਾਮਨ ਬਣਾਇਆ, ਸ਼ਾਦੀ ਭਰੀ ਹੈ ਵੀ ਮਹਾਰਾਜ ਜੀ ਵਾਸਤਾ ਪਾ ਕੇ। ਤਾਈਓ ਮੋਹਰੇ ਆਪ ਨਹੀਂ, ਆਪਣਾ ਪੱਤਰ ਨਹੀਂ ਮੋਹਰੇ ਕੀਤਾ, ਕੁਰਾਨੇ ਪਾਕ ਮੋਹਰੇ ਕੀਤਾ, ਸਭ ਤੋਂ ਅੱਗੇ ਕੀਤਾ। ਤੇ ਸੁਨੇਹਾ ਦੇਣ ਵਾਲੇ ਕਹਿੰਦੇ ਜੀ, ਆ ਵੇਖੋ ਜੀ, ਇਹ ਧਾਰਮਿਕ ਪੁਰਖ ਹੈ। ਤੇ ਆ ਔਰੰਗਜ਼ੇਬ ਦੇ ਹੱਥਾਂ ਦੀ ਲਿਖਤ ਹੈ। ਉਹਨੇ ਪੈਗੰਬਰ ਦੀ ਸਹੁੰ ਖਾਧੀ ਹੈ, ਪੈਗੰਬਰ ਦਾ ਵਾਸਤਾ ਪਾਇਆ ਹੈ। ਬੀਚ ਖੁਦਾਈ ਦਿਓ ਕਰਨੇਹੂ। ਤੇ ਨਾਲ ਖੁਦਾ ਦੀ ਕਸਮ ਖਾਧੀ ਹੈ ਜੀ ਵੀ ਹੇ ਸੱਚੇ ਪਾਤਸ਼ਾਹ, ਮੈਨੂੰ ਖੁਦਾ ਦੀ ਸਹੁੰ ਲੱਗੇ, ਪ੍ਰੇਮ ਦੇ ਨਾਲ ਜੀ, ਸ਼ਰਧਾ ਨਾਲ ਖੁਦਾ ਨੂੰ ਜਾਮਨ ਬਣਾਇਆ ਹੈ। ਮਿਲਵੇ ਕੀ ਅਬਿਲਾਖ ਅਸ਼ੇਹੂ। ਇਹ ਬੇਨਤੀ ਹੈ ਵੀ ਸਤਿਗੁਰ ਜੀ ਆਨੰਦਪੁਰ ਸਾਹਿਬ ਤੋਂ ਨਿਕਲ ਆਓ, ਮੈਂ ਤੁਹਾਡੇ ਦਰਸ਼ਨ ਕਰਨੇ ਚਾਹੁੰਦਾ, ਮੇਰੇ ਕੋਲ ਆਓ। ਮਤਲਬ ਇਹ ਸੀ ਵੀ ਆਨੰਦਪੁਰ ਸਾਹਿਬ ਛੱਡ ਦਿਓ ਤੇ ਮੈਂ ਦੱਖਣ ਵਿੱਚ ਆ, ਮੈਂ ਤੁਹਾਡੀ ਉਡੀਕ ਕਰਦਾ, ਮੇਰੀ ਮਜਬੂਰੀ ਹੈ, ਮੈਂ ਇੱਥੇ ਮਸ਼ਰੂਫ ਹਾਂ ਕਿਸੇ ਬਗਾਵਤ ਨੂੰ ਦਬਾਉਣ 'ਚ, ਕਿਸੇ ਰਾਜਸੀ ਰੁਝੇਵੇਂ ਵਿੱਚ ਆ। ਤੇ ਹੇ ਸੱਚੇ ਪਾਤਸ਼ਾਹ ਜੀ, ਔਰੰਗਜ਼ੇਬ ਦੀ ਅਰਜ਼ ਹੈ, ਕੁਰਾਨੇ ਪਾਕ ਨਾਲ ਲੈ ਕੇ ਆਏ ਆ। ਹੁਣ ਜੇ ਨਾ ਤੇ ਇਹ ਫਰਮਾਨ ਹੈ ਤੇ ਨਾ ਇਹ ਸੱਦਾ ਹੈ। ਜੇ ਫਰਮਾਨ ਹੁੰਦਾ ਤੇ ਸ਼ਾਹੀ ਹੰਕਾਰ ਨਾਲ ਆਉਣਾ ਸੀ, ਜੇ ਸੱਦਾ ਹੁੰਦਾ ਤੇ ਕੁਰਾਨੇ ਪਾਕ ਲਿਆਉਣ ਦੀ ਲੋੜ ਨਹੀਂ ਸੀ। ਹੁਣ ਇਹ ਕੀ ਹੈ ਕਿ ਕੁਰਾਨ ਨੂੰ ਵਰਤ ਕੇ ਸਤਿਗੁਰਾਂ ਕੋਲੋਂ ਆਨੰਦਪੁਰ ਸਾਹਿਬ ਛਡਾਏ। ਹੁਣ ਸਤਿਗੁਰ ਜੀ ਕੁਰਾਨ ਦਾ ਆਦਰ ਕਰਦੇ ਆ ਜੀ, ਹਰ ਧਰਮ ਦਾ ਤੇ ਧਾਰਮਿਕ ਲੋਕਾਂ ਦਾ, ਧਾਰਮਿਕ ਚਿੰਨ੍ਹਾਂ ਦਾ ਸਤਿਗੁਰੂ ਜੀ ਸਨਮਾਨ ਕਰਦੇ ਆ। ਤਾਂ ਮਹਾਰਾਜ ਨੇ ਕਿਹਾ ਸੀ 9 ਵਰ੍ਹਿਆਂ ਦੀ ਉਮਰ 'ਚ ਕਿ ਕਿਸੇ ਦੇ ਧਰਮ ਚਿੰਨ੍ਹਾਂ ਨੂੰ ਜਬਰੀ ਨਹੀਂ ਉਤਰਨ ਦੇਣਾ, ਰੁਲਣ ਨਹੀਂ ਦੇਣਾ, ਨਰਾਦਰ ਨਹੀਂ ਹੋਣ ਦੇਣਾ। ਭਾਵੇਂ ਇਸ ਜ਼ੁਲਮ ਦੇ ਹੜ੍ਹ ਨੂੰ ਰੋਕਣ ਵਾਸਤੇ ਮਹਾਨ ਪਰਬਤ ਦੀ ਨਿਆਈ ਸਥਿਰ ਅਟਲ ਅਡੋਲ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਨੇ ਹੜ੍ਹ ਅੱਗੇ ਖੜਨਾ ਪੈ ਜਾਏ, ਕੁਰਬਾਨੀ ਦੇਣੀ ਪੈ ਜਾਏ, ਕਿਸੇ ਦੇ ਧਰਮ ਚਿੰਨ੍ਹਾਂ ਦਾ ਅਪਮਾਨ ਨਹੀਂ ਹੋਣ ਦੇਣਾ, ਕਿਸੇ ਦੀਆਂ ਭਾਵਨਾਵਾਂ ਜਜ਼ਬਾਤਾਂ ਦਾ ਕਤਲ ਨਹੀਂ ਹੋਣ ਦੇਣਾ। ਇਹ ਸਨਮਾਨ ਸੀ ਜੀ 9 ਵਰ੍ਹਿਆਂ ਦੀ ਉਮਰ 'ਚ ਕੀਤਾ। ਸੋ ਗੁਰਦੇਵ ਪਾਤਸ਼ਾਹ ਜੀ ਦੇ ਸਾਹਮਣੇ ਕਹਿਣ ਲੱਗੇ, ਦੇਖੋ ਜੀ, ਮਿਲਵੇ ਕੀ ਅਬਲਾਖ ਅਸ਼ੇਹੂ, ਬੜੀ ਚਾਹਤ ਹੈ, ਔਰੰਗਜ਼ੇਬ ਤੁਹਾਨੂੰ ਮਿਲਣਾ ਚਾਹੁੰਦਾ ਹੈ। ਇਹ ਦਿਜ ਸਭ ਗਿਰ ਪਤਨ ਪਠਾਇਓ। ਇੱਦਾਂ ਹੀ ਇਹ ਦਿਜ, ਇਹ ਬ੍ਰਾਹਮਣ ਆਇਆ ਜੀ, ਇਹ ਧਾਰਮਿਕ ਆਗੂ ਹੈ ਜੀ, ਇਹ ਮੰਦਰ ਦਾ ਪੁਜਾਰੀ ਹੈ ਜੀ, ਇਹ ਧਰਮ ਦਾ ਅਨੁਯਾਈ ਹੈ ਜੀ, ਧਰਮ ਦਾ ਆਗੂ ਹੈ, ਰਹਿਬਰ ਹੈ। ਇਹਨੂੰ ਪਹਾੜੀ ਰਾਜਿਆਂ ਨੇ ਭੇਜਿਆ ਹੈ। ਸਾਲਗ੍ਰਾਮ ਸਿਰ ਧਰ ਕਰ ਆਇਓ। ਇਹਨੇ ਸਿਰ ਦੇ ਉੱਤੇ ਵਿਸ਼ਨੂੰ ਜੀ ਨੂੰ ਲਿਆਂਦਾ, ਚਿੰਨ ਹੈ, ਤੇ ਇਹ ਮੰਨਿਆ ਜਾਂਦਾ ਵੀ ਇਹ ਚਿੰਨ ਜਿਹੜਾ ਹੈ ਵਿਸ਼ਨੂੰ ਦਾ ਪ੍ਰਤੀਕ ਹੈ। ਸਨਾਤਨੀ ਅਵਤਾਰਵਾਦ ਦੇ ਵਿੱਚੋਂ ਬਾਰ-ਬਾਰ ਅਵਤਾਰ ਲੈਣ ਵਾਲੇ, ਜਿਹਨੂੰ ਮੰਨਿਆ ਜਾਂਦਾ ਕਿ ਸ਼੍ਰੀ ਕ੍ਰਿਸ਼ਨ ਜੀ ਵੀ ਵਿਸ਼ਨੂੰ ਦਾ ਅਵਤਾਰ ਨੇ, ਰਾਮਚੰਦਰ ਜੀ ਵੀ ਵਿਸ਼ਨੂੰ ਦਾ ਅਵਤਾਰ ਨੇ, ਇਹ ਮੰਨਦੇ ਆ ਜੀ। ਕਸ਼ ਮਸ਼ ਅਤੇ ਇਹ ਸਾਲਗ੍ਰਾਮ ਅਤੇ ਹੋਰ ਬਹੁਤ ਸਾਰੇ ਵਕਤ ਨਾਲ ਅਵਤਾਰ ਲੈਣ ਵਾਲੇ। ਸੋ ਕਹਿੰਦੇ ਜੀ ਵੇਖੋ, ਵਿਸ਼ਨੂੰ ਜੀ ਆਏ ਨੇ, ਆਪ ਧਾਰਮਿਕ ਪੁਰਖ ਨੇ ਜੀ, ਜਿਹੜੇ ਲੈ ਕੇ ਆਏ ਨੇ ਜੀ, ਨਾਲ ਗਊ ਮਾਤਾ ਦਾ ਹੈ, ਇਹ ਪ੍ਰਤੀਕ ਨੇ, ਚਿੰਨ੍ਹ ਹਨ। ਸਤਿਗੁਰੂ ਜੀ ਨੂੰ ਸ਼੍ਰੀ ਆਨੰਦਪੁਰ ਸਾਹਿਬ ਇਹ ਬੇਨਤੀ ਕਰਦੇ ਤੇ ਇੱਦਾਂ ਸਾਹਮਣੇ ਲਿਆ ਕੇ ਸਾਰਾ ਕੁਝ ਰੱਖ ਦਿੱਤਾ। ਨਿਜ ਨਿਜ ਮੋਹਰ ਲਿਖਤ ਕਰ ਦੀਨੀ। ਨਾਲ ਉਹ ਕਾਗਜ਼ ਦਿੱਤਾ ਜਿਹਦੇ ਤੇ ਆਪਣੀ ਆਪਣੀ ਮੋਹਰ ਲਾ ਕੇ ਰਾਜਿਆਂ ਨੇ ਲਿਖਤ ਕੀਤੀ ਹੋਈ ਸੀ ਵੀ ਰੱਬ ਜਾਮਨ, ਭਗਵਾਨ ਜਾਮਨ, ਵਿਸ਼ਨੂੰ ਜੀ ਜਾਮਨ, ਗਊ ਮਾਤਾ ਜਾਮਨ,
ਨਾਲ ਅਸੀਂ ਭੇਜ ਕੇ ਤੁਹਾਨੂੰ ਵਾਸਤਾ ਪਾਉਂਦੇ ਹਾਂ, ਇਹਨੂੰ ਨਕਾਰਿਓ ਨਾ ਮਹਾਰਾਜ ਜੀ, ਮੰਨ ਲਓ, ਅਨੰਦਪੁਰ ਸਾਹਿਬ ਛੱਡ ਦਿਓ। ਅਸੀਂ ਵੀ ਆਤਰ ਹਾਂ, 8 ਮਹੀਨਿਆਂ ਦਾ ਘੇਰਾ ਹੈ, ਕਿਹੜਾ ਮੂੰਹ ਲੈ ਕੇ ਵਾਪਸ ਜਾਈਏ, ਸਫਲ ਅਸੀਂ ਹੋ ਨਹੀਂ ਸਕੇ। ਤੇ ਇਹ ਵਾਸਤਾ ਹੈ ਧਰਮ ਦੇ ਚਿੰਨ੍ਹਾਂ ਦਾ। ਨਾਲ ਨਿਜ ਨਿਜ ਰਾਜਿਆਂ ਦੀ, ਆਪਣੀ ਆਪਣੀ ਰਾਜਿਆਂ ਦੀ ਮੋਹਰ ਲੱਗੀ ਤੇ ਲਿਖਤ ਕੀਤੀ ਹੋਈ ਹੈ। ਥਾਲੀ ਵਿਖੈ ਧੇਨ ਥਿਰ ਕੀਨੀ। ਥਾਲੀ ਵਿਖੈ, ਥਾਲੀ ਜਿਵੇਂ ਜਿਹਦੇ 'ਚ ਭੋਜਨ ਪਰੋਸ ਕੇ ਖਾਂਦੇ ਆ ਨਾ ਆਪਾਂ, ਥਾਲੀ 'ਚ, ਉਹਦੇ ਵਿੱਚ ਧੀਨ, ਥਾਲੀ ਵਿਖੈ ਧੀਨ ਥਿਰ, ਆਟੇ ਦੀ ਗਾਂ ਬਣਾ ਕੇ। ਸਾਧ ਸੰਗਤ ਜੀ, ਜਦੋਂ ਹਕੂਮਤੀ ਕਹਿਰ ਵਰਤ ਰਿਹਾ ਸੀ, ਦੇਵੀ ਦੇਵਤਿਆਂ ਦੇ ਬੁੱਤ ਤੋੜੇ ਜਾ ਰਹੇ ਸੀ, ਤੇ ਹਿੰਦੂ ਵੀਰ ਘਰਾਂ ਦੀਆਂ ਸੁਆਣੀਆਂ ਭੋਜਨ ਪਕਾਉਣ ਲੱਗਿਆਂ ਹੀ ਆਟਾ ਗੁੰਨ ਕੇ ਉੱਥੇ ਆਪਣੇ ਦੇਵੀ ਦੇਵਤੇ ਦੀ ਮੂਰਤੀ ਚਿੰਨ੍ਹ ਬਣਾ ਕੇ ਪੂਜਾ ਕਰਕੇ ਫਿਰ ਉੱਥੇ ਰੋਟੀ ਪਕਾ ਕੇ ਖਾ ਲੈਂਦੇ, ਤਾਂ ਕਿ ਬਾਹਰ ਪਤਾ ਨਾ ਲੱਗੇ। ਤੋ ਇਹ ਇੱਕ ਤਰੀਕਾ ਸੀ, ਹਰ ਚਿੰਨ੍ਹ ਨੂੰ ਉਹ ਮਨੌਤ ਕਰਕੇ ਮੰਨ ਲੈਂਦੇ ਸੀ ਵੀ ਇਹ ਪ੍ਰਤੀਕ ਹੈ ਭਗਵਾਨ ਦਾ, ਭਾਵੇਂ ਉਹ ਆਟੇ ਦਾ ਹੋਵੇ, ਪੱਥਰ ਦਾ ਹੋਵੇ, ਮਿੱਟੀ ਦਾ ਹੋਵੇ, ਜਿਸ ਤਰ੍ਹਾਂ ਦਾ ਵੀ ਬਣਿਆ ਹੋਵੇ। ਇੱਕ ਤਰੀਕਾ ਸੀ ਜਿਉਣ ਦਾ, ਇੱਥੇ ਮੈਂ ਕਟਾਕਸ਼ ਨਹੀਂ ਕਰ ਰਿਹਾ। ਤਾਂ ਉਹਨਾਂ ਨੇ ਦੱਸਿਆ ਜੀ ਵੀ ਆਹ ਥਾਲੀ ਵਿਖੈ ਧੀਨ, ਧੀਨ ਮਤਲਬ ਗਊ, ਥਿਰ ਕੀਨੀ, ਆਟੇ ਦੀ ਗਾਂ ਥਾਲੀ ਦੇ ਵਿੱਚ ਟਿਕਾਈ ਹੋਈ ਹੈ। ਅਬ ਤੋ ਕਰੋ ਹਿਰਦੈ ਵਿਸਵਾਸੂ। ਵਿਸ਼ਨੂੰ ਜੀ ਸਾਲਗ੍ਰਾਮ ਹੈ ਤੇ ਆਹ ਨਾਲ ਛੁਰੀ ਹੈ, ਸਾਨੂੰ ਪਾਪ ਲੱਗੇ ਜੀ, ਅਸੀਂ ਵਾਸਤਾ ਪਾਉਂਦੇ, ਅਸੀਂ ਇਹ ਚਿੰਨ੍ਹ ਅੱਗੇ ਕੀਤੇ ਆ, ਇਹ ਜਾਮਨ ਨੇ। ਮਹਾਰਾਜ ਜੀ ਸਾਡੇ ਉੱਤੇ, ਅਸੀਂ ਇਹਨਾਂ ਦਾ ਵਾਸਤਾ ਪਾ ਕੇ ਕਹਿੰਦੇ ਆ ਸਾਡੇ ਤੇ ਭਰੋਸਾ ਕਰ ਲਵੋ। ਚੱਲ ਕਰ ਮਿਲੋ ਸ਼ਾਹ ਚਾਹੇ ਪਾਸੂ। ਤੇ ਬਾਦਸ਼ਾਹ ਚਾਹੁੰਦਾ ਵੀ ਤੁਸੀਂ ਆ ਕੇ ਮੈਨੂੰ ਦੱਖਣ ਵਿੱਚ ਮਿਲੋ, ਮੈਂ ਤੁਹਾਡੇ ਦਰਸ਼ਨ ਕਰਨਾ ਚਾਹੁੰਦਾ ਮਹਾਰਾਜ, ਤੇ ਯਕੀਨ ਕਰ ਲਓ ਸਤਿਗੁਰੂ ਜੀ, ਮਤਲਬ ਇਹ ਆ ਵੀ ਅਨੰਦਪੁਰ ਸਾਹਿਬ ਛੱਡ ਕੇ ਦੱਖਣ ਨੂੰ ਚਲੇ ਜਾਓ, ਸਾਡੀ ਬੇਨਤੀ ਮੰਨ ਲਓ ਮਹਾਰਾਜ। ਬਾਦਸ਼ਾਹ ਮਿਲਣਾ ਚਾਹੁੰਦਾ। ਹੁਣ ਇਹ ਵੀ ਨਹੀਂ ਕਿਹਾ ਵੀ ਅਨੰਦਪੁਰ ਸਾਹਿਬ ਅਸੀਂ ਛਡਾਉਣਾ ਚਾਹੁੰਦੇ, ਨਹੀਂ ਨਹੀਂ, ਤੁਹਾਨੂੰ ਬਾਦਸ਼ਾਹ ਮਿਲਣਾ ਚਾਹੁੰਦਾ, ਤੇ ਉਹਦੇ ਲਈ ਅਸੀਂ ਵਾਸਤਾ ਖੁਦਾ ਦਾ ਪਾਉਂਦੇ ਹਾਂ, ਭਗਵਾਨ ਦਾ ਪਾਉਂਦੇ ਹਾਂ ਵੀ ਪਲੀਜ਼ ਮਿਲ ਆਓ ਜਾ ਕੇ ਮਹਾਰਾਜ, ਇਹ ਸਾਡੀ ਅਰਜ਼ ਹੈ। ਸੁਨ ਗੁਰ ਨਹਿ ਮਨ ਲਿਆਵਤ ਭਈ। ਗੁਰੂ ਪਾਤਸ਼ਾਹ ਜੀ ਕਹਿੰਦੇ ਵੀ ਤੁਹਾਡੇ ਤੇ ਵਿਸ਼ਵਾਸ ਨਹੀਂ ਕੀਤਾ ਜਾ ਸਕਦਾ ਜੀ, ਐ ਚਤੁਰ ਖੋਟ ਰੱਖਣ ਵਾਲੇ ਲੋਭੀ ਹਾਕਮੋ, ਦਿੱਲੀ ਦੇ ਤਖਤ ਤੇ ਬੈਠੇ ਬਦਨੀਅਤ ਰਾਜਾ ਸ਼ਹਿਨਸ਼ਾਹ, ਇਹ ਆਟੇ ਦੀਆਂ ਗਊਆਂ ਬਣਾ ਕੇ ਸਹੁੰਆਂ ਖਾਣ ਵਾਲੇ ਪਹਾੜੀ ਰਾਜਿਓ, ਤੁਹਾਡੀ ਖੋਟ ਜਗ ਜ਼ਾਹਰ ਹੈ। ਜੇ ਮੈਨੂੰ ਕਹੋ ਵੀ ਤੁਹਾਡੀ ਜ਼ੁਬਾਨ ਤੇ ਵਿਸ਼ਵਾਸ ਕਰਾਂ, ਇਸ ਲਈ ਮੈਂ ਬੇਨਤੀ ਕਰਦਾ ਹੁੰਦਾ ਸਦਾ ਜ਼ੋਰ ਦੇ ਕੇ ਵੀ ਇਹਦਾ ਮਤਲਬ ਕਦੀ ਨਾ ਸਮਝਣਾ ਵੀ ਗੁਰੂ ਸਾਹਿਬ ਨਾਲ ਧੋਖਾ ਹੋ ਗਿਆ। ਮਹਾਰਾਜ ਬਿਲਕੁਲ ਚਿੱਟੇ ਦਿਨ ਵਾਂਗੇ ਸਮਝਦੇ ਆ ਵੀ ਇਹ ਰਾਜਿਆਂ ਦੀ ਨੀਅਤ ਕੀ ਹੈ। ਮੇਰਾ ਸਤਿਗੁਰੂ ਘੱਟ ਘੱਟ ਕੀ ਜਾਣਨਹਾਰਾ ਹੈ, ਉਹ ਦੂਰ ਅੰਦੇਸ਼ ਦਿਵ ਦ੍ਰਿਸ਼ਟੀ ਦਾ ਮਾਲਕ ਹੈ, ਉਹ ਨਿਪੁੰਨ ਜਰਨੈਲ, ਨਿਪੁੰਨ ਆਗੂ ਹੈ, ਉਹ ਚਿਹਰਿਆਂ ਨੂੰ ਪੜ੍ਹਨਾ ਜਾਣਦਾ, ਉਹ ਅੰਦਰ ਦੀ ਬੁੱਝਣੀ ਜਾਣਦਾ, ਉਹ ਰੂਹਾਨੀ ਸਤਾ ਦਾ ਵੀ ਮਾਲਕ ਹੈ ਤੇ ਸੰਸਾਰੀ ਤੌਰ ਦੇ ਉੱਤੇ ਵੀ ਗਿਆਨ ਵਿੱਚ ਸੰਪੂਰਨ ਹੈ। ਇਸ ਵਾਸਤੇ ਪੂਰੇ ਨੂੰ ਕੋਈ ਧੋਖਾ ਨਹੀਂ ਦੇ ਸਕਦਾ ਜੀ, ਦੋਨੋਂ ਹੀ ਪੱਖ ਹਨ ਜੀ। ਸੰਸਾਰੀ ਸੂਝ-ਬੂਝ ਇੱਕ ਆਗੂ, ਇੱਕ ਜਰਨੈਲ ਦੇ ਗੁਣ, ਤੇ ਆਤਮਿਕ ਤੌਰ ਦੇ ਉੱਤੇ ਜਿੰਨੀ ਦਿਵ ਦ੍ਰਿਸ਼ਟੀ, ਦੂਰ ਦ੍ਰਿਸ਼ਟੀ ਸਾਹਿਬ ਦੇ ਕੋਲ, ਅੰਤਰ ਦੀ ਜਾਣਨਹਾਰੇ ਸਤਿਗੁਰੂ ਜੀ ਨੂੰ, ਉਸ ਰੱਬ ਨੂੰ ਕੋਈ ਛੱਡ ਨਹੀਂ ਸਕਦਾ। ਮਹਾਰਾਜ ਕਹਿੰਦੇ ਜ਼ੁਬਾਨ ਤੁਹਾਡੀ ਤੇ ਵਿਸ਼ਵਾਸ ਨਹੀਂ, ਠੀਕ ਹੈ, ਮੈਂ ਇਹ ਧਰਮ ਚਿੰਨ੍ਹ ਨਹੀਂ ਨਕਾਰਾਂਗਾ, ਪਰ ਨੀਅਤ ਉੱਤੇ ਵਿਸ਼ਵਾਸ ਨਹੀਂ ਹੈ। ਤਬ ਮਾਤਾ ਕੇ ਤੀਰਥ ਦਏ। ਮਾਤਾ ਜੀ ਦੇ ਵੀ ਕੋਲ ਬੇਨਤੀ ਪਹੁੰਚੀ, ਜਿਹੜੇ ਹੁਣ ਇਹ ਵਿਚਾਰ ਰੱਖਣ ਵਾਲੇ ਸੀ ਵੀ ਅਨੰਦਪੁਰ ਸਾਹਿਬ ਛੱਡ ਦੇਣਾ ਚਾਹੀਦਾ, ਉਹ ਕਹਿੰਦੇ ਜੀ ਬੜਾ ਵਧੀਆ ਮੌਕਾ। ਉਹ ਅਜੇ ਵੀ ਕਹਿ ਰਹੇ ਨੇ ਵੀ ਅੰਦਰ ਅਸੀਂ ਭੁੱਖ ਨਾਲ, ਕੁਝ ਸ਼ੇਰ ਸਿੰਘ, ਮੈਂ ਬੇਨਤੀ ਕਰ ਰਿਹਾ, ਕੁਝ ਸਿੰਘ ਇਹ ਵਿਚਾਰ ਰੱਖਦੇ ਵੀ ਅਨੰਦਪੁਰ ਸਾਹਿਬ ਛੱਡ ਦੇਣਾ ਚਾਹੀਦਾ, ਜ਼ਿੰਦਗੀ ਬਚੇਗੀ ਫਿਰ ਲੜ ਲਵਾਂ। ਤੇ ਫਿਰ ਕਹਿੰਦੇ ਇਹ ਤੇ ਵਧੀਆ ਮੌਕਾ ਵੀ ਹਾਕਮ ਹਾੜੇ ਕੱਢ ਰਹੇ ਆ। ਇੱਕ ਤਾਂ ਹੁੰਦਾ ਵੀ ਅਸੀਂ ਆਪ ਛੱਡੀਏ, ਸਾਡੀ ਕਮਜ਼ੋਰੀ ਹੋ ਸਕਦੀ ਹੈ, ਸਾਨੂੰ ਆਪ ਨਹੀਂ ਇਹ ਫੈਸਲਾ ਲੈਣਾ ਪੈ ਰਿਹਾ, ਸਾਡੇ ਤੇ ਬਾਦਸ਼ਾਹ ਹਾੜੇ ਕੱਢ ਰਿਹਾ ਤੇ ਧਰਮ ਦਾ ਵਾਸਤਾ ਪਾ ਕੇ ਕਹਿ ਰਿਹਾ। ਉਹ ਕਹਿੰਦੇ ਮਹਾਰਾਜ ਜੀ ਮੰਨ ਲਓ। ਮਾਤਾ ਜੀ ਨੂੰ ਵੀ ਜਾ ਕੇ ਕਿਹਾ ਉਹਨਾਂ ਨੇ ਵੀ ਮਾਂ ਜੀ ਸਾਡੀ ਇਹ ਵਿਚਾਰ ਹੈ, ਧੰਨ ਮਾਂ ਗੁਜਰੀ ਜੀ ਦੇ ਕੋਲ, ਵੀ ਇਹਦੇ ਤੋਂ ਵਧੀਆ ਮੌਕਾ ਕੀ ਹੋ ਸਕਦਾ ਜੀ, ਇਹਦੇ ਤੋਂ ਭਲਾ ਮੌਕਾ ਕੀ ਹੋ ਸਕਦਾ ਵੀ ਅਸੀਂ ਨਹੀਂ ਫੈਸਲਾ ਲੈ ਰਹੇ,
ਇਹ ਹਾਕਮ ਦੀ ਕਮਜ਼ੋਰੀ ਹੈ, ਜਿਹੜਾ ਸਾਡੇ ਹਾੜੇ ਕੱਢ ਰਿਹਾ ਹੈ। ਮਸਤਕ ਟੇਕ ਬੈਠ ਕਰ ਭਾਖਾ। ਉੱਥੇ ਜਾ ਕੇ ਉਹਨਾਂ ਨੇ, ਮਾਤਾ ਜੀ ਕੋਮਲ ਦਿਲ ਸਨ, ਉਹ ਸਾਰਿਆਂ ਦੀ ਸੁਣ ਲੈਂਦੇ ਸੀ ਤੇ ਸਾਰਿਆਂ ਦੀ ਸੁਣ ਕੇ ਸਤਿਗੁਰਾਂ ਨੂੰ ਸੁਣਾ ਵੀ ਦਿੰਦੇ ਸੀ ਜੀ। ਮੱਥਾ ਟੇਕ ਕੇ ਮਾਂ ਗੁਜਰੀ ਜੀ ਦੇ ਕੋਲ ਇਹ ਜਿਹੜੇ ਚੰਦ ਲੋਕ ਸੀ ਬੈਠ ਗਏ। ਸੁਨੋ ਮਾਤ ਜਿਮ ਤੁਮ ਅਬਿਲਾਖਾ। ਇਹ ਮਾਤਾ ਜੀ ਬੇਨਤੀ ਹੈ ਵੀ ਇਹਦੇ ਵਿੱਚ ਤੇ ਕੋਈ ਹਰਜ ਨਹੀਂ ਹੈ ਵੀ ਜਦੋਂ ਬਾਦਸ਼ਾਹ ਹਾੜੇ ਕੱਢ ਰਿਹਾ ਹੋਵੇ, ਤਰਲੇ ਲੈ ਰਿਹਾ ਹੋਵੇ, ਮਿੰਨਤ ਜੋਦੜੀ ਕਰ ਰਿਹਾ ਹੋਵੇ, ਤੇ ਸਾਨੂੰ ਸ਼੍ਰੀ ਅਨੰਦਪੁਰ ਸਾਹਿਬ ਛੱਡ ਦੇਣਾ ਚਾਹੀਦਾ ਹੈ। ਸੋ ਬਿਦ ਹਜਰਤ ਕੀਨ ਪਠਾਈ। ਆ ਵੇਖੋ ਕਿੱਡੇ ਕਮਾਲ ਦੀ ਗੱਲ ਹੈ ਵੀ ਬਾਦਸ਼ਾਹ ਨੇ ਆਪ ਇਹ ਬੇਨਤੀ ਪੱਤਰ ਲਿਖ ਕੇ ਭੇਜਿਆ ਹੈ ਤਮ ਹੀ ਸਫਤ ਗਰੇਸ਼ਨ ਖਾਈ। ਤੇ ਇਦਾਂ ਹੀ ਤਿਮ ਹੀ ਸ਼ਪਥ, ਤਿਮ ਹੀ ਇਸੇ ਤਰ੍ਹਾਂ ਦੇ ਨਾਲ ਪਹਾੜੀ ਰਾਜਿਆਂ ਨੇ ਸਹੁੰ ਖਾਧੀ ਹੈ ਜੀ। ਤਿਮ ਹੀ ਸ਼ਪਥ ਗਰੇਸ਼ਨ ਖਾਈ, ਜਿਵੇਂ ਔਰੰਗਜ਼ੇਬ ਨੇ ਲਿਖਿਆ, ਕੁਰਾਨ ਸ਼ਰੀਫ ਭੇਜਿਆ। ਜ਼ਿੰਦਗੀ ਸਾਡੀ ਜਿਹੜੀ ਆ ਉਹ ਪ੍ਰਾਣਹੀਨ ਹੁੰਦੀ ਪਈ ਆ। ਭੁੱਖ ਦੇ ਨਾਲ ਅਸੀਂ ਆਤਰ ਹਾਂ, ਲੜਨ ਦੀ ਸਮਰੱਥਾ ਮੁੱਕਦੀ ਜਾਂਦੀ ਹੈ। ਜੇ ਜ਼ਿੰਦਗੀ ਬਚੇਗੀ ਤੇ ਜੂਝ ਵੀ ਲਵਾਂਗੇ। ਤੇ ਫਿਰ ਸਭ ਤੋਂ ਵੱਡੀ ਗੱਲ ਵੀ ਸਾਨੂੰ ਹਕੂਮਤ ਕਹਿ ਰਹੀ ਹੈ, ਬਾਦਸ਼ਾਹ ਨੇ ਵੀ ਲਿਖਿਆ, ਤੇ ਤਿਮ ਹੀ ਸ਼ਪਥ ਗ੍ਰੇਸ਼ਨ ਖਾਈ। ਸ਼ਪਥ ਮਤਲਬ ਸਹੁੰ ਖਾਧੀ ਹੈ। ਉਹਨਾਂ ਨੇ ਵੀ ਆਪਣੇ ਧਰਮ ਦੇ ਚਿੰਨ੍ਹ ਗ੍ਰੇਸ਼ਨ ਨੇ, ਪਹਾੜੀ ਰਾਜਿਆਂ ਨੇ ਭੇਜੇ ਨੇ। ਲੈ ਨਿਕ ਸੋ ਆਪਨੋ ਪਰਵਾਰਾ। ਮਹਾਰਾਜ ਜੀ ਮਾਤਾ ਜੀ ਨੂੰ ਕਹਿਣ ਲੱਗੇ ਵੀ ਇਹ ਜਿਹੜੇ ਕੁਝ ਸਿੰਘਾਂ ਦੀ ਵਿਚਾਰ ਸੀ ਵੀ ਨਿਕਲ ਜਾਣਾ ਚਾਹੀਦਾ ਸਾਨੂੰ। ਤੁਹਾਨੂੰ ਸਾਡੀ ਬੇਨਤੀ ਹੈ, ਸਾਡੀ ਰਾਏ ਹੈ, ਸਤਿਗੁਰੂ ਜੀ ਨੂੰ ਕਹੋ ਕਿ ਪਰਿਵਾਰ ਲੈ ਕੇ ਸ਼੍ਰੀ ਅਨੰਦਪੁਰ ਸਾਹਿਬ ਤੋਂ ਅਸੀਂ ਤੁਰ ਪਈਏ, ਚੱਲ ਪਈਏ। ਜਿਤ ਇੱਛਾ ਤਿਤ ਕਰੋ ਪਧਾਰਾ। ਉਹ ਅਗਲੀ ਗੱਲ ਹੈ ਵੀ ਜਿੱਧਰ ਦੀ ਚਾਹਤ ਹੋਏਗੀ ਉਸ ਪਾਸੇ ਨੂੰ ਤੁਰ ਪਵਾਂਗੇ। ਪੁਨ ਸਤਿਗੁਰ ਥਿਰ ਰਹੋ ਨ ਇਹਾਂ। ਇਹਾਂ ਮਤਲਬ ਇੱਥੇ ਗੁਰੂ ਸਾਹਿਬ ਜੀ ਨੂੰ ਨਹੀਂ ਰਹਿਣਾ ਚਾਹੀਦਾ। ਹੁਣ ਵਿਚਾਰ ਹੁੰਦੀ ਹੈ ਸਾਧ ਸੰਗਤ ਦੀ, ਇੱਕ ਚੀਜ਼ ਨੂੰ ਟਿਕਾਉਣਾ ਵੀ ਹੋਵੇ ਨਾ ਜੀ, ਇੱਥੇ ਟਿਕਾਉਣਾ ਹੋਵੇ ਵੀ ਇਹ ਫੁੱਲ, ਇਹ ਸ਼ਸਤਰ, ਆਹ ਵਸਤੂ ਇੱਥੇ ਟਿਕਾਈਏ ਕਿ ਉੱਥੇ, ਤੇ ਇਹ ਟਿਕਾਉਣ ਵਿੱਚ ਵੀ ਹੋ ਸਕਦਾ ਦੋ ਚਾਰ ਜਿਹੜੇ ਅੰਦਰ ਹੋਣ ਉਹਨਾਂ ਦੀ ਰਾਏ ਹੋਏ ਨਹੀਂ ਇੱਥੇ ਸੋਹਣੀ ਲੱਗਦੀ, ਦੂਜਾ ਕਹੇ ਨਹੀਂ ਇੱਥੇ ਸੋਹਣੀ ਲੱਗਦੀ। ਤੋ ਵਿਚਾਰ ਦੇਣ ਵਿੱਚ ਕੋਈ ਗੁਨਾਹ ਨਹੀਂ ਸੀ। ਸੋ ਇਹਨਾਂ ਦੀ ਵਿਚਾਰ ਸੀ ਸਿੰਘਾਂ ਦੀ ਵੀ ਜਾਨ ਬਚਾ ਲੈਣੀ ਚਾਹੀਦੀ ਇੱਕ ਵਾਰੀ। ਤੋ ਮਾਤਾ ਜੀ ਸਾਡੀ ਇਹ ਬੇਨਤੀ ਹੈ, ਗੁਰੂ ਸਾਹਿਬ ਜੀ ਨੂੰ ਇਹ ਫੈਸਲਾ ਲੈਣਾ ਚਾਹੀਦਾ ਵੀ ਅਸੀਂ ਅਨੰਦਪੁਰ ਸਾਹਿਬ ਤੋਂ ਚੱਲ ਪਈਏ। ਨਿਕਸ ਚਲ ਹੈਂਗੇ ਪਹੁੰਚਾਹੁ ਜਹਾਂ। ਜਿੱਥੇ ਵੀ ਜਾਣਾ ਚਾਹੁੰਦੇ ਆ ਇੱਥੋਂ ਨਿਕਲ ਕੇ ਫਿਰ ਅਸੀਂ ਅੱਗੇ ਪਹੁੰਚ ਜਾਵਾਂਗੇ। ਦੇਖ ਆਨੰਦਤ ਜਨਨੀ ਭਈ। ਮਾਤਾ ਜੀ ਕਹਿਣ ਲੱਗੇ ਠੀਕ ਹੈ ਜੇ ਤੁਸੀਂ ਇਦਾਂ ਖੁਸ਼ ਹੋ ਤੇ। ਮਾਤਾ ਜੀ ਨੇ ਇਹਨਾਂ ਦੀ ਗੱਲ ਸੁਣ ਕੇ ਗੁੱਸਾ ਨਹੀਂ ਕੀਤਾ, ਨਾ ਹੀ ਮਾਤਾ ਜੀ ਕ੍ਰੋਧਿਤ ਹੁੰਦੇ ਨੇ। ਉਹਨਾਂ ਨੇ ਇਹ ਵਿਚਾਰ ਨੂੰ ਸੁਣਿਆ। ਸੁਤ ਸਮਝਾਵਨ ਕੋ ਪੁਨ ਗਈ। ਉਹਨਾਂ ਨੇ ਇਹ ਸੁਨੇਹਾ, ਹੁਣ ਕੁਦਰਤੀ ਹੈ ਜੀ ਜਿਹੜੀ ਗੱਲ ਆਪ ਸਿੱਧੀ ਇਹ ਮਾਤਾ ਗੁਰੂ ਸਾਹਿਬ ਨੂੰ ਨਹੀਂ ਸੀ ਕਹਿ ਸਕਦੇ, ਉਹ ਮਾਂ ਗੁਜਰੀ ਜੀ ਦੇ ਰਾਹੀਂ ਕਹਿੰਦੇ ਸੀ। ਇਹ ਮਾਂ ਜੀ ਜਾ ਕੇ ਦਸ਼ਮੇਸ਼ ਜੀ ਨੂੰ ਦੱਸਦੇ ਹਨ। ਕਹਿ ਲਗ ਕਹੋ ਕਥਾ ਵਿਸਥਾਰਾ। ਗੁਰੂ ਸਾਹਿਬ ਕਹਿਣ ਲੱਗੇ ਆ ਮਾਤਾ ਜੀ ਠੀਕ ਹੈ, ਧਰਮ ਚਿੰਨ੍ਹਾਂ ਦਾ ਮੈਂ ਸਨਮਾਨ ਕਰਾਂਗਾ। ਭਾਈ ਸਾਹਿਬ ਕਹਿੰਦੇ ਮੈਂ ਕਿੱਥੋਂ ਤੱਕ ਬਿਆਨ ਕਰਾਂ। ਸਤਿਗੁਰੂ ਜੀ ਨੇ ਇਹ ਕਿਹਾ ਵੀ ਇਹ ਜੇ ਕਹੋ ਰਾਜਿਆਂ ਤੇ ਬਾਦਸ਼ਾਹ ਦੀ ਜ਼ੁਬਾਨ ਤੇ ਵਿਸ਼ਵਾਸ ਕੀਤਾ ਜਾਏ, ਉਹ ਨਹੀਂ ਮੈਂ ਕਰਦਾ। ਉਹਨਾਂ ਦੀ ਜ਼ੁਬਾਨ ਨੂੰ ਮੈਂ ਨਹੀਂ ਮੰਨਦਾ। ਨਹਿ ਮਾਨੈ ਬਹੁ ਭਾਂਤ ਉਚਾਰਾ। ਬਹੁ ਭਾਂਤ ਜਿੱਦਾਂ ਮਰਜ਼ੀ ਉਹ ਕਹਿਣ, ਜਿੰਨੇ ਜਿਹੜੇ ਤਰੀਕੇ ਨਾਲ ਮਰਜ਼ੀ ਉਹ ਬੋਲਣ, ਉਹਨਾਂ ਦੀ ਜ਼ੁਬਾਨ ਨੂੰ ਨਹੀਂ ਮੈਂ ਮੰਨਦਾ। ਹਾਂ, ਕੁਰਾਨੇ ਪਾਕ ਦਾ ਅਦਬ ਰੱਖਣਾ ਤੇ ਹਿੰਦੂਆਂ ਦੇ ਧਰਮ ਚਿੰਨ੍ਹਾਂ ਦਾ ਵੀ ਆਦਰ ਰੱਖਣਾ, ਇਹ ਸਤਿਗੁਰੂ ਜੀ ਵੇਖੋ ਮਹਾਰਾਜ ਨੇ ਨਾ ਇੱਕ ਬਚਨ ਬੜਾ ਪਿਆਰਾ ਕਿਹਾ ਵੀ ਸਾਡਾ ਤੇ ਸ੍ਰਿਸ਼ਟੀ ਤੇ ਆਉਣ ਦਾ ਇੱਕੋ ਹੀ ਮਕਸਦ ਹੈ। ਮਕਸਦ ਲੈ ਕੇ ਆਏ ਆ, ਬੇਮਕਸਦੇ ਨਹੀਂ ਆਏ। ਤੇ ਮਕਸਦ ਕੀ ਸੀ? ਧਰਮ ਚਲਾਵਨ ਸੰਤ ਉਭਾਰਨ ਦੁਸ਼ਟ ਸਬਨ ਕੋ ਮੂਲ ਉਪਾਰ। ਧਰਮ ਦੀ ਨੀਂਹ ਰੱਖਣੀ, ਧਰਮ ਦੀ ਧੁਜਾ ਝੁੱਲਦੀ ਰਹੇ, ਧਰਮ ਦਾ ਨਿਰਾਦਰ ਨਾ ਹੋਵੇ। ਤੇ ਮਹਾਰਾਜ ਜੀ ਕਹਿੰਦੇ ਵੀ ਇਹ ਭਾਵੇਂ ਧਰਮ ਕਿਸੇ ਦਾ ਵੀ ਹੋਵੇ ਅਸੀਂ ਉਹਦਾ ਵੀ ਆਦਰ ਕਰਦੇ, ਪਰ ਜ਼ੁਬਾਨ ਤੇ ਵਿਸ਼ਵਾਸ ਨਹੀਂ ਹੈ।
ਧੰਨ ਕਲਗੀਧਰ ਪਾਤਸ਼ਾਹ ਜੀ ਨੇ ਮਾਂ ਗੁਜਰੀ ਜੀ ਨੂੰ ਇਦਾਂ ਜਵਾਬ ਦਿੱਤਾ। ਲਾਗੇ ਲਿਖਨ ਵਿਦਾਵਾ ਸਾਰੇ। ਲਾਗੇ ਲਿਖਣ, ਹੁਣ ਮਹਾਰਾਜ ਨੇ ਕਿਹਾ, ਵੇਖੋ ਸਤਿਗੁਰੂ ਜੀ ਕਹਿੰਦੇ ਵੀ ਇੱਕ ਕੰਮ ਕਰੋ, ਜਿਹੜੀ ਦੂਸਰਾ ਪੱਖ ਸੀ ਇਤਿਹਾਸ ਦਾ, ਜਿਹੜਾ ਪਿੱਛੇ ਆਪਾਂ ਵਿਚਾਰ ਕੇ ਆਏ, ਵੀ ਕੋਈ ਵਿਦਾਵਾ ਲਿਖ ਕੇ ਜੇ ਜਾਣਾ ਚਾਹੁੰਦਾ ਤੇ ਚਲਿਆ ਜਾਏ। ਕੁਝ ਸਿੰਘਾਂ ਨੇ ਵਿਦਾਵਾ ਇਤਿਹਾਸ ਕਹਿੰਦਾ ਲਿਖ ਦਿੱਤਾ, ਠੀਕ ਆ, ਉਹਦੇ ਵਿੱਚ ਭਾਵੇਂ ਵੱਖਰੀਆਂ ਵੱਖਰੀਆਂ ਰਾਵਾਂ ਨੇ ਜਾਂ ਥਾਂ ਦੀਆਂ ਰਾਵਾਂ ਨੇ ਵੀ ਕਿੱਥੇ ਲਿਖਿਆ ਸੀ, ਜਾਂ ਕੁਝ ਇਹ ਵੀ ਕਹਿੰਦੇ ਵੀ ਨਹੀਂ ਲਿਖਿਆ, ਪਰ ਇੱਕ ਪ੍ਰੇਰਨਾ ਜ਼ਰੂਰ ਹੈ ਵੀ ਜਿਹੜੇ ਇਹ ਚਾਹੁੰਦੇ ਸੀ ਨਾ ਜੀ ਵੀ ਸਾਨੂੰ ਆਨੰਦਪੁਰ ਸਾਹਿਬ ਤੋਂ ਚਲੇ ਜਾਣਾ ਚਾਹੀਦਾ, ਗੁਰੂ ਭਾਵੇਂ ਉਹ ਭਾਵਨਾ ਕਰਕੇ ਜੁੜੇ ਹੋਏ ਸੀ, ਪ੍ਰਤੀਤ ਕਰਕੇ ਗੁਰੂ ਤੇ ਵਿਸ਼ਵਾਸ ਸੀ, ਪਰ ਇਹ ਵਿਚਾਰ ਜ਼ਰੂਰ ਰੱਖਦੇ ਸੀ ਵੀ ਆਨੰਦਪੁਰ ਸਾਹਿਬ ਛੱਡ ਦੇਣਾ ਚਾਹੀਦਾ। ਮਹਾਰਾਜ ਕਹਿੰਦੇ ਠੀਕ ਹੈ, ਵਿਦਾਵਾ ਲਿਖ ਜਾਓ। ਤੇ ਇਤਿਹਾਸਕਾਰ ਕਹਿੰਦੇ ਤੇ ਭਾਈ ਸੰਤੋਖ ਸਿੰਘ ਜੀ ਵੀ ਮੰਨਦੇ ਆ ਵੀ ਕੁਝ ਸਿੰਘਾਂ ਨੇ ਵਿਦਾਵਾ ਲਿਖ ਦਿੱਤਾ ਸੀ। ਹਾਲਾਂਕਿ ਇਹ ਨਹੀਂ ਕਿ ਸਤਿਗੁਰੂ ਜੀ ਤੋਂ ਭਰੋਸਾ ਚੁੱਕਿਆ ਗਿਆ ਸੀ, ਬੇਮੁਖ ਹੋ ਕੇ ਵਿਦਾਵਾ ਲਿਖ ਕੇ ਵੀ ਪਛਤਾਤਾਪ ਸੀ। ਪਛਤਾਤਾਪ ਸੀ ਕਿ ਲੋਕ ਪਰਲੋਕ ਦੇ ਰਾਖੇ ਸਤਿਗੁਰੂ ਜੀ ਪਰਮੇਸ਼ਰ ਸਰੂਪ ਨੇ ਸਾਡੇ ਕੋਲੋਂ ਅਵੱਗਿਆ ਹੋਈ ਹੈ। ਇਹੀ ਕਾਰਨ ਹੈ ਕਿ ਚੈਨ ਨਾਲ ਜਿਹੜਾ ਸੁੱਖ ਆਰਾਮ ਲੈਣ ਦੀ ਇਹ ਸੋਚ ਰਹੇ ਸੀ ਨਾ ਵਿਦਾਵਾ ਲਿਖਣ ਵਾਲੇ, ਉਹ ਚੈਨ ਇਹਨਾਂ ਨੂੰ ਪ੍ਰਾਪਤ ਨਾ ਹੋਇਆ, ਬੇਚੈਨ ਹੋ ਗਏ, ਤੇ ਫਿਰ ਵਿਦਾਵੇ ਦੇ ਦਾਗ ਨੂੰ ਧੋਣ ਲਈ ਆਪਣਾ ਖੂਨ ਡੋਲਿਆ, ਜ਼ਿੰਦਗੀਆਂ ਕੁਰਬਾਨ ਕੀਤੀਆਂ ਸੀ। ਇਹ ਨਹੀਂ ਕਿ ਗੁਰੂ ਨੂੰ ਕੰਡ ਦਿਖਾ ਦਿੱਤੀ ਸੀ, ਗੁਰੂ ਤੇ ਭਰੋਸਾ ਨਹੀਂ ਸੀ ਰਿਹਾ, ਜਾਂ ਗੁਰੂ ਦਾ ਅਦਬ ਅਦਾਇਬ ਨਹੀਂ ਸੀ ਰਿਹਾ, ਇੱਕ ਵਿਚਾਰ ਸੀ ਜੀ। ਤੇ ਮਹਾਰਾਜ ਕਹਿੰਦੇ ਲਿਖ ਦੋ। ਭਾਈ ਸੰਤੋਖ ਸਿੰਘ ਮੰਨਦੇ ਆ ਵੀ ਵਿਦਾਵਾ ਕੁਝ ਨੇ ਲਿਖ ਦਿੱਤਾ ਸੀ, ਚਾਹੇ ਬਚਾਇਓ ਪ੍ਰਾਨਨ ਪਿਆਰੇ। ਉਹਨਾਂ ਦੀ ਵਿਚਾਰ ਸੀ ਵੀ ਪ੍ਰਾਣ ਬਚ ਜਾਣ। ਇਹ ਨਹੀਂ ਕਿ ਜ਼ੁਲਮ ਦੇ ਨਾਲ ਲੜਨ ਤੋਂ ਭਗੌੜੇ ਸੀ, ਇਹ ਨਹੀਂ ਕਿ ਸਿੱਖੀ ਦੇ ਸਿਧਾਂਤ ਤੋਂ ਬੇਮੁਖ ਸਨ ਵੀ ਸਾਨੂੰ ਜੀ ਜ਼ਾਲਮ ਨਾਲ ਸਮਝੌਤਾ ਕਰ ਲੈਣਾ ਚਾਹੀਦਾ, ਨਹੀਂ। ਉਹਨਾਂ ਦੀ ਸਿਰਫ ਇਹ ਵਿਚਾਰ ਸੀ ਵੀ ਚਾਹੇ ਬਚਾਇਓ ਪ੍ਰਾਨਨ ਪਿਆਰੋ। ਉਹ ਕਹਿੰਦੇ ਸੀ ਇੱਥੋਂ ਭੁੱਖ ਨਾਲ ਮਰਨ ਦੇ ਨਾਲੋਂ ਇੱਕ ਵਾਰੀ ਜ਼ਿੰਦਗੀ ਬਚਾ ਲਈਏ, ਜ਼ਿੰਦਗੀ ਰਹੇਗੀ, ਸਿੱਖੀ ਕਮਾਵਾਂਗੇ, ਜੂਝਦੇ ਰਵਾਂਗੇ। ਵਿਦਾਵਾ ਲਿਖਣ ਵਾਲਿਆਂ ਦੀ ਮੈਂ ਫੇਰ ਅਰਜ਼ ਕਰਦਾ, ਨਾ ਤੇ ਉਹ ਗੁਰੂ ਤੋਂ ਭਰੋਸਾ ਚੁੱਕਿਆ ਸੀ, ਨਾ ਗੁਰੂ ਤੋਂ ਬੇਪਰਤੀਤੇ ਹੋਏ ਸਨ। ਇੱਕ ਵਿਚਾਰ ਸੀ ਕਿ ਪ੍ਰਾਣ ਬਚ ਜਾਣ ਫਿਰ ਜੂਝ ਲਵਾਂਗੇ। ਤੋ ਇਸ ਵਿਚਾਰ ਵਾਲਿਆਂ ਨੇ ਵਿਦਾਵਾ ਲਿਖਿਆ ਸੀ। ਮਹਾ ਕਸ਼ਟ ਸਭ ਕਉ ਤਬ ਹੋਵਾ। ਭੁੱਖ ਦਾ ਕਸ਼ਟ ਡਾਢਾ ਸੀ, ਪ੍ਰਾਣ ਨਿਕਲਦੇ ਜਾਂਦੇ ਸਨ। ਕਰਿਓ ਜੋ ਪ੍ਰਣ ਸੋ ਸਗਰੋ ਖੋਵਾ। ਪੱਥਰ ਦਿਲ ਤੇ ਪੱਥਰ ਰੱਖ ਕੇ ਵਿਦਾਵੇ ਵਾਲਿਆਂ ਨੇ ਵਿਦਾਵਾ ਲਿਖਿਆ। ਗੁਰੂ ਤਜੇ ਨਹਿ ਤਜਿਓ ਸਰੀਰ। ਹੁਣ ਅੰਦਰੋਂ ਪੁਕਾਰ ਕੀ ਉੱਠੀ, ਆਵਾਜ਼ ਕੀ ਉੱਠੀ ਕਿ ਭੋਲਿਓ, ਦੋਨਾਂ ਚੋਂ ਇੱਕ ਚੁਣਨਾ ਸੀ ਕਿ ਸਰੀਰ ਤਿਆਗਣਾ ਕਿ ਗੁਰੂ ਤਿਆਗਣਾ। ਘਰਾਂ 'ਚ ਜਾ ਕੇ ਬੇਚੈਨ ਹੋਏ, ਮਿਹਣੇ ਸੁਣਨੇ ਪਏ। ਲਾਹਨਤ ਇਹ ਉੱਠੀ, ਆਵਾਜ਼ ਇਹ ਉੱਠੀ ਕਿ ਸਰੀਰ ਬਚਾਉਂਦਿਆਂ ਗੁਰੂ ਤਿਆਗ ਦਿੱਤਾ। ਚਾਹੀਦਾ ਇਹ ਸੀ ਕਿ ਗੁਰੂ ਨਾ ਤਿਆਗਦੇ, ਸਰੀਰ ਤਿਆਗਿਆ ਜਾਂਦਾ। ਜਿਸ ਪਿਆਰੇ ਸੇ ਨਿਹੋ ਤਿਸ ਆਗੈ, ਮਰ ਚੱਲੀਐ ਧ੍ਰਿਗ ਜੀਵਨ ਸੰਸਾਰ, ਤਾਂ ਕੈ ਪਾਛੈ ਜੀਵਨ। ਚਾਹੀਦਾ ਇਹ ਸੀ ਕਿ ਮੋਹੇ ਮਰਨੇ ਕਾ ਚਾਓ ਹੈ, ਮਰੋ ਤਾਂ ਹਰ ਕੈ ਦੁਆਰ। ਹੁਣ ਸੁਰਤ ਕਰਕੇ ਨਹੀਂ ਟੁੱਟੇ ਸਾਧ ਸੰਗਤ ਜੀ, ਇਹ ਬੜੇ ਭਾਗਾਂ ਵਾਲੇ ਸੀ। ਐਵੇਂ ਨਹੀਂ ਗੁਰੂ ਨੇ ਗੋਦੀ 'ਚ ਸਿਰ ਰੱਖ ਰੱਖ ਕੇ ਕਿਹਾ ਇਹ ਮੇਰਾ 5000 ਹੀ ਹੈ, ਮੇਰਾ 10,000 ਹੀ ਹੈ, ਤੇ ਮੁੱਖ ਪੱਲੂ ਨਾਲ ਪੂੰਝ ਕੇ ਗਲ ਨਾਲ ਲਾ ਕੇ ਕਿਹਾ ਇਹ 40 ਦੇ 40 ਮੁਕਤੇ ਹਨ। ਐਵੇਂ ਨਹੀਂ ਕਿਹਾ ਸਾਧ ਸੰਗਤ। ਸਰੀਰ ਕਰਕੇ ਦੂਰ ਹੋਏ ਸੀ, ਸੁਰਤ ਕਰਕੇ ਦੂਰ ਨਹੀਂ ਸੀ ਹੋਏ। ਆਵਾਜ਼ ਆਉਂਦੀ ਹੈ ਕਿ ਸਰੀਰ ਬਚਾਉਣ ਲਈ ਤੁਸੀਂ ਗੁਰੂ ਤਿਆਗ ਦਿੱਤਾ। ਪਛਤਾਤਾਪ ਜ਼ਰੂਰ ਹੁੰਦਾ ਰਿਹਾ ਘਰ 'ਚ, ਬੇਚੈਨ ਹੋਏ, ਤਾਈਓ ਹੀ ਵਿਦਾਵੀਏ ਸ਼੍ਰੀ ਮੁਕਤਸਰ ਸਾਹਿਬ ਪਹੁੰਚੇ ਸੀ ਸਾਧ ਸੰਗਤ। ਸੋ ਭਾਈ ਸੰਤੋਖ ਸਿੰਘ ਜੀ ਦੀ ਇਹ ਵਿਚਾਰ ਹੈ। ਪਛਤਾਵਤ ਚਿਤ ਭਈ ਅਧੀਰ। ਪਛਤਾਵਤ, ਇਹ ਗੱਲ ਮੰਨੀ ਹੈ ਇਤਿਹਾਸ ਨੇ, ਜਿਹਦੇ ਬਿਨਾਂ ਉੱਤੇ, ਜਿਹਦੇ ਆਧਾਰ ਤੇ ਮੈਂ ਅਰਜ਼ ਕਰ ਰਿਹਾ ਵੀ ਉਹ ਸਰੀਰ ਕਰਕੇ ਦੂਰ ਹੋਏ ਸੀ, ਸੁਰਤ ਕਰ। ਖਿਮਾ ਕਰਿਓ, ਇੱਥੇ ਵਿਦਾਵਾ ਉਹ ਵੀ ਲਿਖ ਰਹੇ ਆ। ਮੈਂ ਨਹੀਂ ਇਸ ਗੱਲ ਉੱਤੇ ਬਹਿਸ ਕਰਦਾ ਵੀ ਕਾਗਜ਼ ਸੀ ਜਾਂ ਨਹੀਂ ਸੀ, ਇਹ ਗੱਲਾਂ ਵੱਖਰੇ ਨੇ ਸਾਧ ਸੰਗਤ ਜੀ। ਆ ਵੀ ਤੇ ਵਿਦਾਵਾ ਆ ਕਿ ਸਰੀਰ ਕਰਕੇ ਨੇੜੇ ਆ, ਪਰ ਸੁਰਤ ਕਰਕੇ ਦੂਰ ਉਡਾਰੀਆਂ ਮਾਰ ਰਹੇ ਆ, ਟੁੱਟ ਚੁੱਕੇ ਆ ਸੁਰਤ ਕਰਕੇ। ਹੁਣ ਉਹਨਾਂ ਭਾਗਾਂ ਵਾਲਿਆਂ ਦਾ ਗੁਣ ਕੀ ਸੀ? ਪਛਤਾਵਤ ਚਿੱਤ ਭਏ ਅਧੀਰ। ਚਿੱਤ ਡੋਬੇ ਖਾਂਦਾ ਹੈ, ਚਿੱਤ ਜਿਹੜਾ ਉਹ ਥਰ ਥਰ ਕੰਬਦਾ। ਪਛਤਾਤਾਪ ਹੈ, ਹਾਲਾਂਕਿ ਸਰੀਰ ਕਰਕੇ ਦੂਰ ਹੋਏ ਨੇ,
ਸੁਰਤ ਕਰਕੇ ਨਹੀਂ ਹੋਏ। ਪਰ ਕਿੰਨੇ ਪੱਥਰ ਦਿਲ ਹੋਵਾਂਗੇ, ਸਰੀਰ ਕਰਕੇ ਕੋਲ ਵੀ ਬੈਠਾ ਆ ਪਰ ਸੁਰਤ ਕਰਕੇ ਵਿਸ਼ਵਾਸ ਗਵਾ ਚੁੱਕਾ ਹੈ, ਜਿਹੜਾ ਦਰ ਦਰ ਤੇ ਭਟਕ ਰਿਹਾ, ਗੁਰੂ ਦੀ ਪ੍ਰਤੀਤ ਨਹੀਂ ਰਹੀ ਜਿਹਨੂੰ ਸਾਧ ਸੰਗਤ। ਇਹ ਵੀ ਇੱਕ ਦੁਖਾਂਤ ਅੱਜ। ਠੀਕ ਹੈ, ਤੁਸੀਂ ਧੰਨ ਹੋ ਜਿਹੜੇ ਗੁਰੂ ਹਜ਼ੂਰੀ 'ਚ ਬੈਠੇ ਹੋ, ਪਰ ਕਦੀ ਕਦੀ ਗੁਰੂ ਨੂੰ ਮੱਥਾ ਟੇਕਣ ਵਾਲੇ ਕਈਆਂ ਹੋਰ ਦਰਾਂ ਤੇ ਭਟਕਦੇ ਵੀ ਵੇਖੇ ਆ, ਉਹ ਬਿਦਾਵੀਏ ਹੀ ਨੇ। ਬਹਿਸ ਇਹ ਨਹੀਂ ਹੈ ਕਿ ਬਿਦਾਵਾ ਉਹਨਾਂ ਨੇ ਲਿਖਿਆ ਕਿ ਨਹੀਂ ਲਿਖਿਆ, ਪ੍ਰਗਟ ਇਹ ਹੈ ਵੀ ਅੱਜ ਬਿਦਾਵਾ ਲਿਖਣ ਵਾਲੇ ਮੌਜੂਦ ਹਨ ਤੇ ਆਪਣੇ ਜੀਵਨ ਨੂੰ ਪੜ੍ਹੀਏ ਕਿ ਮੈਂ ਬਿਦਾਵੀਆ ਹਾਂ ਜਾਂ ਜੁੜਿਆ ਹੋਇਆ। ਕਸ਼ਟ ਤੇ ਆਉਣੇ ਹੀ ਆ, ਦੁੱਖ ਭੁੱਖ ਤੇ ਆਉਣੀ ਹੈ। ਤੇ ਜੇ ਕਿਸੇ ਨੇ ਕਿਹਾ ਫਲਾਣੀ ਥਾਂ ਜਾਇਆ ਦੁੱਖ ਦੂਰ ਹੋ ਜਾਂਦੇ ਆ, ਭੀੜਾਂ ਕਿਹਨਾਂ ਦੀਆਂ ਲੱਗੀਆਂ ਹੋਈਆਂ, ਤੁਹਾਨੂੰ ਦਿਸੇ ਨਹੀਂ ਕਦੀ ਸਿੱਖ? ਜੇ ਅੰਦਰੋਂ ਨਹੀਂ ਤੇ ਸਿੱਖੀ ਸਰੂਪ ਵਾਲੇ ਤੇ ਦੇਸੀ ਜਾਂਦੇ ਆ, ਤੇ ਬਦਾਵੀਆਂ ਦੀਆਂ ਤੇ ਕਤਾਰਾਂ ਲੱਗ ਗਈਆਂ। ਹਾਲਾਂਕਿ ਇਹ ਸਰੀਰ ਕਰਕੇ ਦੂਰ ਹੋਏ ਆ, ਸੁਰਤ ਕਰਕੇ ਦੂਰ ਨਹੀਂ ਹੋਏ। ਸੁਰਤ ਕਰਕੇ ਕੀ ਆ? ਪਛਤਾਵਤ ਚਿੱਤ ਭਏ ਅਧੀਰ, ਉਹ ਟੁੱਟੇ ਹੀ ਨਹੀਂ ਸੀ ਸਾਧ ਸੰਗਤ। ਤਾਈਓ ਮਹਾਰਾਜ ਨੇ ਗੋਦੀ 'ਚ ਰੱਖ ਰੱਖ ਕੇ ਸੀਸ ਉਹਨਾਂ ਦੇ ਗਲ ਨਾਲ ਲਾ ਲਾ ਕੇ ਨਿਵਾਜਿਆ ਸੀ, ਰੁਤਬੇ ਦਿੱਤੇ ਸਨ ਮਹਾਰਾਜ ਨੇ। ਜੜੀਆਂ ਪਦਵੀਆਂ ਲੋਕ ਜ਼ਿੰਦਗੀਆਂ ਗਾਲ ਕੇ ਸਾਧਨਾ ਕਰ ਕਰ ਤਪ ਕਰ ਕਰਕੇ ਨਹੀਂ ਪਾ ਸਕੇ, ਮਹਾਰਾਜ ਨੇ ਗਲ ਨਾਲ ਲਾ ਕੇ ਕਿਹਾ ਸੀ 40 ਮੁਕਤੇ ਹਨ ਮੇਰੇ। ਤੇ ਉਹਨਾਂ ਦੀ ਕਮਾਈ ਦੇ ਪਿੱਛੇ ਕਿਹਾ ਸੀ ਭਾਗਾਂ ਵਾਲਿਓ, ਸ਼ਰਧਾ 'ਚ ਭਿੱਜ ਕੇ, ਪ੍ਰੇਮ 'ਚ ਭਿੱਜ ਕੇ, ਪ੍ਰਤੀਤ ਪ੍ਰੀਤ ਵਿੱਚ ਭਿੱਜ ਕੇ ਜਦੋਂ ਤੁਸੀਂ ਉੱਥੇ ਚੌਂਕੜੇ ਲਾਓਗੇ ਨਾ, ਤੇ ਫਿਰ ਤੁਸੀਂ ਵੀ ਉਹਨਾਂ ਦੀ ਕਮਾਈ ਸਦਕਾ ਮੁਕਤਿਆਂ ਦੀ ਗਿਣਤੀ 'ਚ ਗਿਣੇ ਜਾਓਗੇ। ਜਿਨੀ ਨਾਮ ਧਿਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਖੇਤੀ ਛੁੱਟੀ ਨਾ। ਉਹ ਟੁੱਟੇ ਹੀ ਨਹੀਂ ਸੀ ਜੀ। ਉਹਨਾਂ ਨਾਲੋਂ ਖਤਰਨਾਕ ਬਿਦਾਵੀਏ ਅੱਜ ਮੌਜੂਦ ਨੇ। ਸਰੀਰ ਕਰਕੇ ਨੇੜੇ ਆ, ਸੁਰਤ ਕਰਕੇ ਦੂਰ ਆ। ਸਰੀਰ ਕਰਕੇ ਇੱਥੇ ਆ, ਮਨ ਕਰਕੇ ਦੂਰ ਹੋ ਗਏ। ਇਹ ਨਹੀਂ ਦੂਰ ਹੋਏ। ਪਛਤਾਵਤ, ਚਿੱਤ ਵਿਆਕੁਲ ਹੁੰਦਾ, ਚਿੱਤ ਭਏ ਅਧੀਰ। ਇਹ ਬੜੀ ਪਿਆਰੀ ਤਸਵੀਰ ਹੈ ਸਾਧ ਸੰਗਤ ਜੀ। ਤੇ ਇਸ ਤਰਕ ਵਿਤਰਕ ਚੋਂ ਬਾਹਰ ਨਿਕਲੀਏ ਕਿ ਕਿਹਨਾਂ ਦੀ ਹੈ। ਇਹ ਕਿਸੇ ਦੂਜੇ ਦੀ ਕਹਾਣੀ ਨਹੀਂ ਸਾਧ ਸੰਗਤ, ਇਹ ਤੇ ਸਾਡੀ ਆਪਣੀ ਕਹਾਣੀ ਹੈ। ਅਸ਼ਤ ਰਾਜ ਬਿਸ਼ਰਤ ਦੁੱਖ ਪਾਇਆ, ਇਹ ਕਹਾਣੀ ਕਿਹਦੀ ਹੈ? ਸੋ ਗਤ ਭਈ, ਕਹੋ ਨਾ ਗੱਜ ਕੇ, ਸੋ ਗਤ ਭਈ ਹਮਾਰੀ। ਇੱਦਾਂ ਤੇ ਨਹੀਂ ਕਿਤੇ ਹੋ ਰਿਹਾ, ਇਹ ਵੇਖੀਏ ਨਾ ਜੀ, ਕਿਤੇ ਇੱਦਾਂ ਤੇ ਨਹੀਂ ਟੁੱਟ ਰਹੇ। ਆਪਣੇ ਭਾਣਿਆ ਜੋ ਚੱਲਿਆ ਭਾਈ, ਬਿਦਾਵੀਏ ਨਹੀਂ ਬਣ ਕੇ ਟੁੱਟ ਗਏ ਕਿ ਨਹੀਂ? ਕੀ ਬਣਿਆ ਉਹਨਾਂ ਦਾ? ਵਿਛੜ ਚੋਟਾਂ ਖਾਵੇ, ਵਿਛੜ ਚੋਟਾਂ ਖਾਵੇ, ਵਿਛੜ ਚੋਟਾਂ ਖਾਵੇ, ਵਿਛੜ ਚੋਟਾਂ ਖਾਵੇ। ਵਿਛੜ ਚੋਟਾਂ ਖਾਵੇ, ਵਿਛੜ ਚੋਟਾਂ ਖਾਵੇ, ਵਿਛੜ ਚੋਟਾਂ ਖਾਵੇ। ਆਪਣੇ ਭਾਣੇ ਜੋ ਚੱਲੈ ਭਾਈ, ਆਪਣੇ ਭਾਣੇ ਜੋ ਚੱਲੈ ਭਾਈ, ਜੋ ਚੱਲੈ ਭਾਈ, ਆਪਣੇ ਭਾਣੇ ਜੋ ਚੱਲੈ ਭਾਈ। ਵਿਛੜ ਚੋਟਾਂ ਖਾਵੇ, ਵਿਛੜ ਚੋਟਾਂ ਖਾਵੇ, ਵਿਛੜ ਚੋਟਾਂ ਖਾਵੇ, ਵਿਛੜ ਚੋਟਾਂ ਖਾਵੇ। ਹੱਥ ਦੇ ਪਿੱਛੇ ਲੱਗਣਾ, ਇਹ ਸਭ ਤੋਂ ਵੱਡਾ ਵਿਦਾਵਾ ਹੈ। ਤੇ ਜਿਹੜੇ ਇੱਦਾਂ ਮਰਜ਼ੀ ਵਿੱਚ ਗਲਤਾਨ ਹੋ ਜਾਂਦੇ ਆ, ਮਨ ਦੀ ਮਰਜ਼ੀ ਵਿੱਚ, ਉਹ ਬਿਦਾਵੀਏ ਵਿਛੜ ਕੇ ਚੋਟਾਂ ਖਾਂਦੇ ਆ। ਜਿਨ੍ਹਾਂ ਦੀ ਲੋਕ ਗੱਲ ਕਰ ਰਹੇ ਆ ਗੁਰਮੁਖੋ, ਜਿਨ੍ਹਾਂ ਦੀ ਅਸੀਂ ਗੱਲ ਕਰ ਰਹੇ ਹਾਂ, ਉਹ ਤੇ ਗਲ ਨਾਲ ਲਾਏ ਗਏ ਸੀ, ਪਰ ਜਿਨ੍ਹਾਂ ਨੇ ਸੋਚ ਕਰਕੇ ਬਿਦਾਵਾ ਦਿੱਤਾ ਹੈ, ਉਹ ਚੋਟਾਂ ਖਾ ਰਹੇ। ਸੋ ਇਹ ਸੋਗਤ ਭਈ ਹਮਾਰੀ ਦੀ ਕਹਾਣੀ ਹੈ। ਪਛਤਾਵਤ ਚਿੱਤ ਭਏ ਅਧੀਰ, ਟਿਕਦਾ ਨਹੀਂ ਪਿਆ ਚਿੱਤ, ਅੰਦਰੋਂ ਜੁੜੇ ਆ ਨਾ ਜੀ। ਮਨ ਕਲਪ ਰਿਹਾ, ਬਿਬਲ ਹੋ ਰਿਹਾ, ਤਾਰਾਂ ਜੁੜੀਆਂ ਹੋਈਆਂ।
ਸਰੀਰ ਕਰਕੇ ਭਾਵੇਂ ਦੂਰੀ ਬਣ ਗਈ ਹੋਵੇ, ਸੁਰਤ ਕਰਕੇ ਚਰਨਾਂ ਨਾਲ ਜੁੜੇ ਹਨ। ਪਿਖ ਹੈ ਪਰਸ ਪਰ ਲਿਖਤੇ ਜਾਹੇ। ਭਾਵੇਂ ਕਿਸੇ ਦੀ ਦੇਖਾ ਦੇਖੀ ਇੱਕ ਦੂਜੇ ਨੂੰ ਵੇਖ ਕੇ ਵਿਦਾਵਾ ਲਿਖ ਦਿੱਤਾ ਸੀ, ਹੋਏ ਉਦਾਸ ਗੁਰੂ ਲਿਖਵਾਹੇ। ਚਿੱਤ ਨਹੀਂ ਮੰਨਦਾ, ਜਾਨ ਇਹ ਵਿਚਾਰ ਸੀ ਵੀ ਪਰ ਬਾਹਰ ਨਿਕਲ ਕੇ ਭੋਜਨ ਮਿਲ ਜਾਏ ਪ੍ਰਾਣ ਵਿਚਾਰੀ। ਮਹਾਰਾਜ ਨੇ ਕਿਹਾ ਸੀ ਲਿਖ ਕੇ ਦੇ ਕੇ ਜਾਓ। ਮਨ ਵਿਆਕੁਲ ਬੇਬਲ ਹੋ ਵੈਰਾਗੀ ਹੋ ਪੈਂਦਾ ਹੈ। 40 ਸਿੰਘ ਰਹੇ ਹਠ ਧਾਰ। ਤੋ ਸਾਧ ਸੰਗਤ ਇਹ 40 ਸਨ ਕਹਿੰਦੇ ਜੀ ਜਿਨ੍ਹਾਂ ਨੇ ਇਹ ਜਿੱਦ ਕੀਤੀ। ਤੋ ਇਹ ਵਿਦਾਵੀਏ ਵਿਦਾਵਾ ਜਿਹੜੇ ਲਿਖਣ ਵਾਲੇ ਸੀ। ਨਹੀਂ ਲਿਖ ਹੈ ਗੁਰ ਕੀਨ ਤੋ ਉਚਾਰ। ਬਾਕੀ ਜਿਹੜੇ ਸੀ ਪਿਆਰ ਰਤੀਆਂ ਰੂਹਾਂ 500 ਸਿੰਘ ਸੀ ਮਹਾਰਾਜ ਦੇ ਨਾਲ। ਜਦੋਂ ਸੱਚੇ ਪਾਤਸ਼ਾਹ ਜੀ ਨਿਰਮੋਹਗੜ੍ਹ ਦੇ ਸਥਾਨ ਤੇ ਜਿੱਥੇ ਹਮਲਾ ਹੁੰਦਾ ਹੈ, ਉਸ ਸਥਾਨ ਤੱਕ ਪਹੁੰਚੇ 500 ਸਿੰਘ ਸੀ ਮਹਾਰਾਜ ਦੇ ਨਾਲ। ਉਹ ਪਿਆਰ ਵਾਲੇ ਨਾਲ ਸਨ। ਤੁਮ ਪੀ ਲਿਖੋ ਹੋ ਬਨ ਹੋ ਸਭ ਸੰਗੀ। ਗੁਰਦੇਵ ਜੀ ਨੇ ਇਹਨਾਂ ਨੂੰ ਵੀ ਕਿਹਾ ਸੀ ਵੀ ਭਾਈ ਮਜਬੂਰ ਕਰਕੇ ਨਹੀਂ ਕਿਸੇ ਨੂੰ ਰੱਖਣਾ। ਸਿੱਖੀ ਕਿਸੇ ਦੀ ਗਰਦਨ ਤੇ ਤਲਵਾਰ ਰੱਖ ਕੇ ਨਹੀਂ ਕਮਾਈ ਜਾ ਸਕਦੀ। ਕਿਸੇ ਨੂੰ ਮਜਬੂਰ ਕਰਕੇ ਜਾਂ ਮੂੰਹ ਮੁਲਾਜੇ ਕਰਕੇ ਨਹੀਂ ਸਿੱਖੀ ਦੀ ਜਿਹੜੀ ਆ ਤਪੱਸਿਆ ਮਿਲਦੀ। ਜੇ ਤੁਸੀਂ ਜਾਣਾ ਚਾਹੁੰਦੇ ਹੋ ਤਾਂ ਤੁਸੀਂ ਵੀ ਵਿਦਾਵਾ ਲਿਖ ਦਿਓ। ਇਹ ਨਾ ਸੋਚਿਓ ਕਿ ਗੁਰੂ ਦੀ ਸ਼ਰਮ ਮਾਰਦੀ ਆ ਜਾਂ ਫਿਰ ਸਾਨੂੰ ਡਰ ਹੈ। ਦੋਨੋਂ ਗੱਲਾਂ ਨੇ। ਕਈ ਵਾਰੀ ਹੁੰਦਾ ਨਾ ਜੀ ਕਿਰਤਮ ਦੀ ਜਾਂ ਮਨਮਤ ਦੀ ਪੂਜਾ ਕਰਨ ਵਾਲੇ ਇਸ ਕਰਕੇ ਡਰੀ ਜਾਂਦੇ ਆ ਵੀ ਜੇ ਇਸ ਵੀਰਵਾਰ ਤੇਲ ਪਾਣ ਨਾ ਗਏ ਪੀਰ ਨੇ ਪਤਾ ਨਹੀਂ ਘਰ ਪੁੱਠਾ ਕਰ ਦੇਣਾ। ਗੁਰੂ ਸਾਹਿਬ ਕਹਿਣ ਲੱਗੇ ਮਜਬੂਰੀ ਨਹੀਂ ਹੈ ਤੁਹਾਡੀ, ਚਾਹੋ ਤੇ ਜਾ ਸਕਦੇ ਹੋ, ਲਿਖ ਸਕਦੇ ਹੋ ਤੁਸੀਂ ਵੀ ਵਿਦਾਵਾ। ਸਿੱਖੀ ਤਲਵਾਰ ਦੇ ਜ਼ੋਰ ਦੇ ਉੱਤੇ ਨਹੀਂ ਫੈਲਾਈ ਜਾਣੀ ਜੀ। ਸਿੱਖੀ ਪ੍ਰੇਮ ਦਾ ਮਾਰਗ ਹੈ, ਮਜਬੂਰੀ ਦਾ ਮਾਰਗ ਨਹੀਂ ਹੈ। ਜਿਹੜੇ ਲੋਕ ਮਜਬੂਰੀ 'ਚ ਕਰਮ ਕਰਦੇ ਆ, ਬੱਦਾ ਚੱਟੀ ਜੋ ਭਰੈ, ਨਾ ਗੁਣ ਨਾ ਉਪਕਾਰ। ਮਹਾਰਾਜ ਨੇ ਕਿਹਾ ਤੁਮ ਵੀ ਲਿਖੋ, ਬਣੋ ਸਭ ਸੰਗੀ, ਸਾਥੀ ਬਣੋ ਉਹਨਾਂ ਦੇ। ਤੁਸੀਂ ਵੀ ਲਿਖਣਾ ਚਾਹੋ ਤੇ ਲਿਖ ਸਕਦੇ ਹੋ। ਕਿਉਂ ਹਟ ਰਹੇ ਨਾ ਹੋਏ ਇੱਕ ਰੰਗੀ। ਤੁਸੀਂ ਕਿਉਂ ਹਟ ਗਏ? ਜੇ ਵੇਖੋ ਜੇ ਤੁਹਾਡੀ ਵਿਚਾਰ ਉਹਨਾਂ ਨਾਲ ਮਿਲਦੀ ਹੈ ਤੇ ਇੱਕੋ ਰੰਗ 'ਚ ਸਾਰੇ ਚੱਲੋ। ਵੀ ਇਹ ਨਾ ਕੋਈ ਸਿੱਖ ਸਮਝੇ ਕਿ ਮੈਂ ਮਜਬੂਰੀ ਵਸ ਗੁਰੂ ਸਾਹਿਬ ਦੇ ਨਾਲ ਜਾਨ ਗਵਾ ਦਿੱਤੀ। ਹਾਂ, ਜਿਹਦੇ ਹਿਰਦੇ 'ਚ ਚਾਅ ਆ ਨਾ ਉਹੀ ਗੁਰੂ ਸਾਹਿਬ ਜੀ ਦੇ ਨਾਲ ਨਿਭ ਸਕਦਾ ਹੈ। ਗੁਰਮੁਖੋ ਇਹ ਮਾਰਗ ਚਾਅ ਤੇ ਪ੍ਰੇਮ ਦਾ ਮਾਰਗ ਹੈ, ਨਾ ਇਹ ਹੱਠ ਦਾ ਮਾਰਗ ਹੈ, ਨਾ ਇਹ ਮਜਬੂਰੀ ਦਾ ਮਾਰਗ ਹੈ। ਸਤਿਗੁਰੂ ਜੀ ਨੇ ਕਿਹਾ ਵੀ ਭਾਈ ਤੁਸੀਂ ਮਾਲਕ ਹੋ ਮੌਜ ਦੇ, ਤੁਹਾਨੂੰ ਆਜ਼ਾਦੀ ਹੈ। ਸਿੱਖੀ ਤਲਵਾਰ ਦੇ ਜ਼ੋਰ ਤੇ ਨਹੀਂ ਫੈਲਾਈ ਜੀ। ਸਿੱਖੀ ਦੀ ਨੀਂਹ ਰੱਖੀ ਸੀ ਜਿਨ ਪ੍ਰੇਮ ਕੀਓ ਤੇ ਨਹੀਂ। ਇਹ ਔਰੰਗਜ਼ੇਬੀ ਸੋਚ ਨਹੀਂ ਹੈ ਵੀ ਜ਼ੋਰ ਦੇ ਨਾਲ ਲੋਕਾਂ ਨੂੰ ਸਿੱਖ ਬਣਾਉਣਾ। ਸਤਿਗੁਰੂ ਜੀ ਨੇ ਕਿਹਾ ਵੀ ਮਜਬੂਰੀ ਨਹੀਂ ਹੈ ਤੁਹਾਡੀ, ਫੈਸਲਾ ਤੁਸੀਂ ਲੈ ਸਕਦੇ ਹੋ। ਉਦੈ ਸਿੰਘ ਆਲਮ ਸਿੰਘ ਆਦ। ਹੁਣ ਉਹ ਪਿਆਰੇ ਸਿੱਖ ਗੁਰੂ ਦੇ ਰੰਗ 'ਚ ਰੱਤੇ ਭਾਈ ਸਾਹਿਬ ਭਾਈ ਬਚਿੱਤਰ ਸਿੰਘ ਜੀ ਦੇ ਲਾਲ, ਭਾਈ ਸਾਹਿਬ ਭਾਈ ਮਨੀ ਸਿੰਘ ਜੀ ਦੇ ਸਪੁੱਤਰ, ਭਾਈ ਬਚਿੱਤਰ ਸਿੰਘ ਜੀ ਦੇ ਭਰਾ ਭਾਈ ਉਦੇ ਸਿੰਘ ਜੀ, ਭਾਈ ਬਚਿੱਤਰ ਸਿੰਘ ਜੀ, ਭਾਈ ਜੀਵਨ ਸਿੰਘ ਜੀ, ਜਿਨ੍ਹਾਂ ਨੂੰ ਛਾਤੀ ਨਾਲ ਲਾ ਕੇ ਕਿਹਾ ਸੀ ਇਹ ਮੇਰਾ ਬੇਟਾ ਹੈ, ਬੇਟਾ। ਜਗਤ ਕਹਿੰਦਾ ਸੀ ਰੰਗਰੇਟਾ, ਤੇ ਸਤਿਗੁਰਾਂ ਕਿਹਾ ਰੰਗਰੇਟਾ ਮੇਰਾ ਬੇਟਾ। ਪਰ ਸਾਧ ਸੰਗਤ ਜੀ, ਜਿਨ੍ਹਾਂ ਨੂੰ ਸਤਿਗੁਰੂ ਜੀ ਨੇ ਆਪਣੇ ਕਾਲਜੇ ਨਾਲ ਲਾ ਕੇ ਪੁੱਤਰ ਆਖਿਆ, ਕੁਝ ਸਿੱਖੀ ਦੇ ਸਿਧਾਂਤ ਨੂੰ ਲਾਂਬੂ ਲਾਉਣ ਵਾਲੇ ਅੱਜ ਵੀ ਬਰਾਦਰੀਆਂ ਦੇ ਵਿਤਕਰੇ ਪਾ ਕੇ ਪਿੱਛੇ ਧੱਕਣ ਦਾ ਯਤਨ ਕਰਦੇ ਆ। ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੀ ਸੋਚ ਦੇ ਵੈਰੀ ਨੇ, ਉਹਨਾਂ ਨੂੰ ਮਤ ਸਮਝਿਓ ਵੀ ਉਹ ਸਿੱਖੀ ਭੇਖ ਵਿੱਚ ਸਿੱਖੀ ਦੇ ਵਫਾਦਾਰ ਨੇ। ਜਿਨ੍ਹਾਂ ਨੂੰ ਗੁਰੂ ਨੇ ਪੁੱਤਰ ਕਿਹਾ, ਸਾਡੀ ਔਕਾਤ ਕੀ ਹੈ ਜੀ ਅਸੀਂ ਵੀ ਕਹੀਏ ਵੀ ਨਹੀਂ ਜੀ ਵਖਰੇਵਾਂ ਹੈ। ਭਾਈ ਜੀਵਨ ਸਿੰਘ ਜੀ ਨੇ, ਭਾਈ ਆਲਮ ਸਿੰਘ ਜੀ ਨੇ, ਭਾਈ ਉਦੇ ਸਿੰਘ ਜੀ ਨੇ, ਭਾਈ ਬਚਿੱਤਰ ਸਿੰਘ ਜੀ ਆਦਿਕ। ਮਹਾਰਾਜ ਕਹਿੰਦੇ ਜਾਓ ਲਿਖ, ਤੁਹਾਡੀ ਮਰਜ਼ੀ। ਹੁਣ ਇਹ ਕਿਤੇ ਸੋਚ ਸਕਦੇ ਸੀ ਜੀ? ਇਹ ਪ੍ਰੇਮ ਦੀਆਂ ਮੂਰਤਾਂ ਗੁਰੂ ਤੋਂ ਜ਼ਿੰਦਗੀਆਂ ਨਿਸ਼ਾਵਰ ਕਰ ਚੁੱਕੇ ਨੇ, ਜਿਹੜੇ ਗੁਰੂ ਹਜ਼ੂਰੀ ਅੰਦਰ ਖੜੇ ਹਨ। ਸੁਨ ਪਿਖ ਕੈ ਬਿਸਮੇ ਸੰਵਾਦ। ਇਹ ਗੱਲਬਾਤ ਸੁਣ ਕੇ ਹੈਰਾਨ ਹੋਏ ਮਹਾਰਾਜ ਜੀ। ਇਦਾਂ ਅਸੀਂ ਹਜ਼ਾਰਾਂ ਜਨਮ ਲੈ ਕੇ ਵੀ ਇਦਾਂ ਨਹੀਂ ਸੋਚ ਸਕਦੇ ਕਿ ਅਸੀਂ ਬੇਦਾਵੀਏ ਬਣੀਏ। ਮਹਾਰਾਜ ਇਹ ਬਚਨ ਤੇ ਹੈਰਾਨੀ ਵਾਲੇ ਨੇ।
ਅਸੀਂ ਇਦਾਂ ਨਹੀਂ ਸੋਚ ਸਕਦੇ। कहन लगे हम लिख है न कोई। ਨਹੀਂ ਪਾਤਸ਼ਾਹ ਜੀ, ਭਾਵੇਂ ਜਨਮੀਏ ਤੇ ਮਰੀਏ ਅਸੀਂ ਇਹ ਵਿਦਾਵਾ ਨਹੀਂ ਲਿਖਾਂਗੇ। काली काल बाद होए सोई। ਜਿਹੜੀ ਸਾਡੀ ਜੋ ਤੇਰੇ ਦਰ ਤੋਂ ਬਖਸ਼ਿਸ਼ ਮਿਲੀ ਹੈ, ਜੋ ਤੇਰੀ ਟਹਿਲ ਸੇਵ ਕਮਾਈ ਹੈ, ਉਹ ਸਭ ਵਿਅਰਥ ਹੋ ਜਾਏਗੀ। ਜਿਹੜਾ ਸਫ਼ਰ ਕਰਕੇ ਇਸ ਮੁਕਾਮ ਤੱਕ ਪਹੁੰਚੇ ਆ, ਉਹ ਸਭ ਵਿਅਰਥ ਚਲਿਆ ਜਾਏਗਾ। दोनों लोकन संग सहाई। ਹੇ ਲੋਕ ਪਰਲੋਕ ਦੇ ਦਾਤੇ, ਤੇਰੇ ਤੋਂ ਮੂੰਹ ਫੇਰ ਕੇ ਕਿਹੜਾ ਟਿਕਾਣਾ ਸਾਡਾ। ਇਸ ਵਾਸਤੇ ਇਹ ਅਸੀਂ ਨਹੀਂ ਸੋਚ ਸਕਦੇ अस गुर को क्यों कर तज जाई। ਐਸੇ ਗੁਰੂ ਨੂੰ ਕਿਵੇਂ ਤੱਜ ਸਕਦੇ ਆ। ਐਸੇ ਗੁਰ ਕੋ ਬਲ ਬਲ ਜਾਈਐ, ਆਪ ਮੁਕਤ ਮੋਹਿ ਤਾਰੈ। ਅਸ ਗੁਰ ਕੋ ਕਿਉਂ ਤੱਜ ਕਰ ਜਾਈ। ਅਸੀਂ ਇਹ ਕਲਪਨਾ ਨਹੀਂ ਕਰ ਸਕਦੇ। निक सहो दुर्ग के रहिए अंतर। ਇਹ ਤੇਰੀ ਮੌਜ ਹੈ, ਜ਼ਿੰਦਗੀ ਤੇਰੀ ਅਮਾਨਤ ਹੈ ਪਾਤਸ਼ਾਹ। ਭਾਵੇਂ ਬੁਰਜ ਦੇ ਇਸ ਕਿਲੇ ਦੇ ਅੰਦਰ ਮਰ ਜਾਈਏ, ਭਾਵੇਂ ਬਾਹਰ ਨਿਕਲ ਕੇ ਕੁਰਬਾਨ ਹੋ ਜਾਏ, ਇਹ ਤੇਰੀ ਅਮਾਨਤ ਹੈ। ਤੇਰੇ ਹੁਕਮ ਨੂੰ ਕਮਾਉਣਾ ਇਹ ਸਾਡੀ ਸੇਵਾ ਹੈ। ਇਹ ਸੇਵਾ ਹੈ। ਗੁਰੂ ਕੇ ਪਿਆਰੇ ਸਿੱਖ ਇਦਾਂ ਜ਼ਿੰਦਗੀ ਨੂੰ ਢਾਲਦੇ ਸੀ ਸਾਧ ਸੰਗਤ। ਇੱਥੇ ਜਾ ਕੇ ਸੇਵਕ ਦੀ ਪਦਵੀ ਮਿਲਦੀ ਸੀ, ਜਿੱਥੇ ਜਾ ਕੇ ਹੁਕਮ ਕਮਾਉਣ ਵਾਲੇ ਹੁਕਮ ਦੇ ਅੱਗੇ ਜ਼ਿੰਦਗੀ ਨਿਸ਼ਾਵਰ ਕਰ ਦਿੰਦੇ ਸਨ। ਸੋ ਸਿੱਖਾਂ ਨੇ ਕਿਹਾ, ਮਹਾਰਾਜ ਜੀ ਇਹ ਜ਼ਿੰਦਗੀ ਤੇਰੇ ਚਰਨਾਂ 'ਚ ਭੇਟ ਹੈ, ਰਾਖ ਪ੍ਰਭੂ ਭਾਵੇਂ ਮਾਰ। ਇਹ ਤੇਰੀ ਮੌਜ ਹੈ। हम नह छोरै संग निरंतर। ਨਿਰੰਤਰ ਜਿੰਨੀ ਦੇਰ ਪ੍ਰਾਣ ਹੈ ਸਤਿਗੁਰੂ ਜੀ ਅਸੀਂ ਸੰਗ ਨਹੀਂ ਛੱਡਾਂਗੇ। एक दोए बार कहो गुर फेर। ਮਹਾਰਾਜ ਨੇ ਕਿਹਾ ਫਿਰ ਵੀ ਸੋਚ ਲਓ ਭਾਈ, ਮਜਬੂਰੀ ਨਹੀਂ ਹੈ, ਮੂੰਹ ਮੁਲਾਜ਼ਾ ਨਹੀਂ ਹੈ। ਇੱਕ ਦੋ ਵਾਰ ਫਿਰ ਵੀ ਸਤਿਗੁਰੂ ਜੀ ਨੇ ਆਖਿਆ, क्यों तुम लिखो न लावहो देर। ਦੇਖ ਲਓ ਜੇ ਤੁਸੀਂ ਲਿਖਣਾ ਚਾਹੁੰਦੇ ਹੋ ਤੇ ਵਿਦਾਵਾ ਲਿਖਣ ਵਿੱਚ ਦੇਰੀ ਨਾ ਲਾਵੋ। हाथ जोर सब करी प्रणाम। ਸਭ ਨੇ ਹੱਥ ਜੋੜੇ, ਧੰਨ ਕਲਗੀਧਰ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਸੀਸ ਝੁਕਾਇਆ। हम तो रहें आपकी शाम। ਸ਼ਾਮ ਦਾ ਅਰਥ ਹੈ ਸ਼ਰਨ। ਨਹੀਂ ਮਹਾਰਾਜ, ਗੱਲ ਜਿਉਣ ਤੇ ਮਰਨ ਦੀ ਨਹੀਂ ਹੈ। ਅਸੀਂ ਤੇ ਤੁਹਾਡੀ ਸ਼ਰਨ ਵਿੱਚ ਹਾਂ। दया सिंह ते आदक पंचे। ਭਾਈ ਸਾਹਿਬ ਭਾਈ ਦਇਆ ਸਿੰਘ ਜੀ ਤੇ ਪੰਜੇ ਪਿਆਰੇ ਸਾਹਿਬ, ਸੇਵਕ ਕੋ ਸੇਵਾ ਬਣ ਆਈ। ਤੇ ਸੇਵਾ ਕੀ ਹੁੰਦੀ ਹੈ ਜੀ? ਹੁਕਮ ਬੂਝ ਪਰਮ ਪਦ ਪਾਏ, ਇਹ ਹੈ ਸੇਵਾ। ਤੋ ਇਹ ਪੰਜੇ ਪਿਆਰੇ ਭਾਈ ਦਇਆ ਸਿੰਘ ਜੀ, ਆਦਿਕ ਬਾਕੀ ਦਇਆ ਸਿੰਘ, ਧਰਮ ਸਿੰਘ, ਹਿੰਮਤ ਸਿੰਘ, ਮੋਹਕਮ ਸਿੰਘ, ਸਾਹਿਬ ਸਿੰਘ ਜੀ, ਭਾਈ ਉਦੇ ਸਿੰਘ ਜੀ, ਭਾਈ ਆਲਮ ਸਿੰਘ ਜੀ, ਭਾਈ ਬਚਿੱਤਰ ਸਿੰਘ ਜੀ, ਭਾਈ ਜੀਵਨ ਸਿੰਘ ਜੀ, ਇਹ ਉਹ ਪੰਜੇ ਮੁਕਤੇ ਜਿਨ੍ਹਾਂ ਪੰਜਾਂ ਪਿਆਰਿਆਂ ਤੋਂ ਬਾਅਦ ਅੰਮ੍ਰਿਤ ਛਕਿਆ ਸੀ। ਇਹ ਸਭ ਸਿੰਘ ਹਜ਼ੂਰੀ ਵਿੱਚ ਖੜੇ ਹਨ। पंचह मुक्ते सिखी संचे। ਸਿੱਖੀ ਦੇ ਸੰਚੇ 'ਚ ਜੜੇ ਢਲੇ ਹੋਏ ਨੇ। 500 ਸਿੰਘ ਹਜ਼ੂਰ ਦੇ ਨਾਲ ਸੀ। 10 ਇਹ ਰਹੇ 30 ਸਿੰਘ ਔਰ। ਸਾਧ ਸੰਗਤ ਇਹ ਇਸ ਤਰ੍ਹਾਂ ਉਸ ਵੇਲੇ ਹਜ਼ੂਰੀ 'ਚ 10 ਇਹ ਪੰਜ ਪਿਆਰੇ ਤੇ 5 ਮੁਕਤੇ ਤੇ 30 ਕੁ ਸਿੰਘ ਉਸ ਵੇਲੇ ਹੋਰ ਖੜੇ ਸਨ। ਉਦੈ ਸਿੰਘ ਆਦਿਕ ਭਟ ਮੋਰ। ਹੋਰ ਸੂਰਮੇ ਜਿਹੜੇ ਸੀ, ਮੋਹਰੀ ਸੂਰਮੇ, ਭਾਈ ਉਦੇ ਸਿੰਘ ਜੀ ਆਦਿਕ। 40 ਸਿੰਘ ਨਹੀਂ ਤਬ ਲਿਖਿਓ। ਉਹ ਜਿਹੜੇ ਉਸ ਵੇਲੇ ਹਾਜ਼ਰ ਸਨ, ਉਹਨਾਂ ਨੇ 40 ਨੇ ਵਿਦਾਵਾ ਨਹੀਂ ਲਿਖਿਆ। ਅਪਰ ਸਭਨ ਲਿਖ ਦੀਨ ਸਪਿਖਿਓ। ਮਹਾਰਾਜ ਨੇ ਕਿਹਾ ਸੀ ਮਰਜ਼ੀ ਹੈ ਭਾਈ, ਤੁਸੋ ਜਿਹੜੇ ਲਿਖਣ ਵਾਲੇ ਸੀ ਵਿਦਾਵਾ ਉਹ ਲਿਖ ਗਏ। ਗੁਰੂ ਬੀਜ ਔਰ ਗੁਰੂ ਵਿਚਾਰਾ। ਸਾਧ ਸੰਗਤ ਰਹਿਓ ਬੀਜ ਔਰ ਗੁਰੂ ਵਿਚਾਰਾ। ਗੁਰੂ ਸਾਹਿਬ ਜੀ ਨੇ ਕਿਹਾ ਭਾਈ ਸਿੱਖੀ ਦਾ ਬੀਜ ਨਾਸ ਨਹੀਂ ਹੈ। ਜੇ ਕੋਈ ਇਸ ਦਰ ਤੇ ਸਿਰ ਚੁੱਕ ਕੇ ਹੋਰ ਥਾਂ ਤੇ ਰੱਖਣ ਵਾਲਾ, ਅੱਜ ਵੀ ਸਾਨੂੰ ਨਿਰਾਸ਼ ਨਹੀਂ ਹੋਣ ਦੀ ਲੋੜ। ਜੇ ਕੋਈ ਇਦਾਂ ਦਾ ਵਿਦਾਵੀਆ ਹੈ ਜਿਹੜਾ ਇੱਥੇ ਝੋਲੀ ਅੱਡਣ ਦੀ ਬਜਾਏ ਕਿਸੇ ਹੋਰ ਅੱਗੇ ਝੋਲੀ ਅੱਡਦਾ, ਇਦਾਂ ਦਾ ਕੋਈ ਵਿਦਾਵੀਆ ਹੈ ਤੇ ਨਿਰਾਸ਼ ਹੋਣ ਦੀ ਲੋੜ ਨਹੀਂ। ਬੀਜ ਨਹੀਂ ਨਾਸ ਹੋਇਆ। ਸਿਦਕ ਦੇ ਵਿੱਚ ਗੁਰੂ ਭਰੋਸੇ ਦੇ ਉੱਤੇ ਪ੍ਰਾਣ ਤੱਕ ਵਾਰਨ ਵਾਲੇ ਵੀ ਹਨ। ਸਾਧ ਸੰਗਤ ਰਹਿਓ ਬੀਜ ਔਰ ਗੁਰੂ ਵਿਚਾਰਾ। ਬੀਜ ਨਹੀਂ ਨਾਸ ਹੋਇਆ। ਭਾਵੇਂ ਇੱਕ ਵੀ ਸਿਦਕ ਵਾਲਾ ਰਹਿ ਜੇ, ਧੰਨ ਭਾਗਾਂ ਵਾਲੇ ਹੋ ਤੁਸੀਂ, ਗੁਰੂ ਦੇ ਪਿਆਰ 'ਚ ਬੈਠੇ ਹੋ। ਮੈਂ ਤੁਹਾਡੇ ਸਿਦਕ ਅੱਗੇ ਸੀਸ ਝੁਕਾਉਂਦਾ।
ਬੀਜ ਨਹੀਂ ਨਾਸ ਹੋ ਸਕਦਾ। ਇਹ ਗੁਰੂ ਨਾਨਕ ਦੀ ਫੁਲਵਾੜੀ ਹੈ। ਸੋ ਸਿਦਕ ਵਾਲੇ ਜਿਹੜੇ ਇਹ ਤਰਾਨੇ ਗਾਉਂਦੇ ਆ ਵੀ ਸਿਰ ਜਾਵੇ ਤਾਂ ਜਾਵੇ, ਮੇਰਾ ਸਿੱਖੀ ਸਿਦਕ ਨਾ ਜਾਵੇ, ਉਹਨਾਂ ਦਾ ਮਤਲਬ ਬੀਜ ਨਾਸ ਦਾ ਹੁੰਦਾ ਵੀ ਖਾਤਮਾ ਨਹੀਂ ਹੋ ਸਕਦਾ। ਵਧੈ ਪੰਥ ਪੁਨ ਮੋਹਿ ਉਦਾਰਾ। ਤੇ ਇੱਕ ਸਿਦਕ ਵਾਲੇ ਤੋਂ ਕਿੰਨਿਆਂ ਨੂੰ ਜਾਗ ਲੱਗ ਜਾਂਦੀ ਹੈ ਜੀ। ਇਸ ਲਈ ਜੇ ਬੀਜ ਹੈ ਤੇ ਪੌਦਾ ਫਲਦਾ, ਪੰਥ ਫੈਲੇਗਾ। ਸੋ ਸਿਦਕ ਦਾ ਨਾਸ਼ ਨਹੀਂ ਹੋਇਆ, ਬੀਜ ਨਾਸ਼ ਨਹੀਂ ਹੋਇਆ, ਇਹ ਬੂਟਾ ਸਿੱਖੀ ਦਾ ਫੈਲਦਾ ਰਹੇਗਾ। ਹੋਇ ਸਾਵਤ ਰਣ ਜੂਝਹਿ ਜੋਈ। ਸਾਬਤ ਰਹਿ ਕੇ, ਸਿਦਕ ਵਿੱਚ ਸੂਰੇ ਤੇ ਪੂਰੇ ਰਹਿ ਕੇ ਜੂਝਣ ਵਾਲਿਆਂ ਦੀ ਕਮੀ ਨਹੀਂ ਹੈ। ਅਵਨੀ ਰਾਜ ਭੋਗ ਹੈ ਸੋਈ। ਤੇ ਫਿਰ ਉਹਨਾਂ ਨੇ ਸਾਰੀ ਧਰਤੀ ਉੱਤੇ ਸਿੱਖੀ ਦੇ ਝੰਡੇ ਚਲਾਉਣੇ। ਕਿਹਨਾਂ ਨੇ ਚਲਾਉਣੇ ਆ? ਜਿਨ੍ਹਾਂ ਦਾ ਸਿਦਕ ਪੱਕਾ ਹੈ। ਭੇਖੀ ਵਕਤ ਦੇ ਨਾਲ ਬਦਲ ਜਾਂਦਾ ਹੈ। ਗਰਜੀ, ਸਵਾਰਥੀ, ਲੋਭੀ ਕਦੀ ਵੀ ਸਿਦਕ ਦੀ ਪੌੜੀ ਨਹੀਂ ਚੜ੍ਹ ਸਕਦਾ। ਉਹ ਨੇਹ ਨਹੀਂ ਨਿਭਾ ਸਕਦਾ। ਨੇਹ ਉਹੀ ਨਿਭਾਉਂਦਾ ਜਿਹੜਾ ਸਿਦਕ ਦੀ ਚਰਖੜੀ ਤੇ ਚੜ੍ਹ ਕੇ ਪ੍ਰਾਣ ਨਿਸ਼ਾਵਰ ਕਰਦੇ ਪਰ ਸਿਦਕ ਨਾ ਹਾਰੇ। ਉਹਨਾਂ ਦੀ ਕਮਾਈ, ਉਹਨਾਂ ਦਾ ਧਿਆਨ, ਉਹਨਾਂ ਦੀ ਯਾਦ ਸਾਡੇ ਅੰਦਰ ਬਲ ਪੈਦਾ ਕਰਦੀ ਹੈ। ਜਿਨ੍ਹਾਂ ਨੇ ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਉਹਨਾਂ ਸਿਦਕਵਾਨਾਂ ਦੀ, ਸਿਰੜੀਆਂ ਦੀ, ਉਹਨਾਂ ਹਠੀਆਂ ਜਪੀਆਂ ਤਪੀਆਂ ਦੀ ਕਮਾਈ ਦਾ ਧਿਆਨ ਧਰ ਕੇ ਕਹਿੰਦੇ ਆ ਨਾ ਜੀ, ਬੋਲੋ ਜੀ ਵਾਹਿਗੁਰੂ। ਇਸ ਵਾਸਤੇ ਉਹਨਾਂ ਦੀ ਤੇ ਯਾਦ ਹੀ ਅੰਦਰ ਹੁਲਾਸ ਪੈਦਾ ਕਰ ਦਿੰਦੀ ਹੈ, ਜਜ਼ਬਾ ਪੈਦਾ ਕਰ ਦਿੰਦੀ ਹੈ, ਉਤਸ਼ਾਹ ਪੈਦਾ ਕਰ ਦਿੰਦੀ ਹੈ। ਜਦੋਂ ਖਾਲਸਾ ਪੰਥ ਆਪਣੇ ਸਿਰੜ ਵਾਲਿਆਂ ਦੇ ਇਤਿਹਾਸ ਨੂੰ ਪੜ੍ਹਦਾ, ਜਿਨ੍ਹਾਂ ਨੇ ਜਾਨਾਂ ਕੁਰਬਾਨ ਕਰ ਦਿੱਤੀਆਂ, ਸੁੱਖਾਂ ਦੇ ਸੌਦੇ ਨਹੀਂ ਕੀਤੇ, ਉਦੋਂ ਅੰਦਰ ਇੱਕ ਰੰਗ ਚੜ੍ਹ ਜਾਂਦਾ ਸਾਧ ਸੰਗਤ। ਤੇ ਫਿਰ ਡਿੱਗਿਆਂ ਹੋਇਆਂ 'ਚ ਵੀ ਜੋਸ਼ ਆ ਜਾਂਦਾ। ਉਹ ਕਹਿੰਦੇ ਚਲੋ ਕੁਰਬਾਨ ਹੋ ਜਾਵਾਂਗੇ, ਸਿੱਖੀ ਨਹੀਂ ਮਿਟਣ ਦਿਆਂਗੇ। ਮਹਾਰਾਜ ਕਹਿੰਦੇ ਆਹ ਜਜ਼ਬਾ ਹੈ ਜਿਹੜਾ ਨਾ, ਇਹ ਸਿੱਖੀ ਦੇ ਝੰਡੇ ਦੁਨੀਆ ਤੇ ਚਲਾਏਗਾ। ਇਹ ਜੋਸ਼, ਇਹ ਜਜ਼ਬਾ। ਇੱਕ ਸਿਦਕ ਵਾਲਾ, ਇੱਕ ਪਿਆਰ ਵਾਲਾ, ਬੜਾ ਰੰਗ ਚੜ੍ਹਦਾ ਜੀ। ਪ੍ਰੋਫੈਸਰ ਪੂਰਨ ਸਿੰਘ ਜੀ ਸਿੱਖ ਕੌਮ ਦੀ ਆਦਰਯੋਗ ਹਸਤੀ ਹੋਏ, ਵਿਦੇਸ਼ ਪੜ੍ਹਨ ਗਏ, ਮਾਂ ਦੀ ਸਿੱਖਿਆ ਭੁੱਲ ਗਏ। ਮਾਂ ਨੇ ਤੁਰਨ ਲੱਗਿਆਂ ਜਪਜੀ ਸਾਹਿਬ ਹੱਥ ਵਿੱਚ ਫੜਾਇਆ, ਗੁਟਕਾ ਸਾਹਿਬ ਫੜਾਇਆ, ਜਿੱਥੇ ਰੱਖਿਆ ਉੱਥੇ ਰਹਿ ਗਿਆ। ਤੇ ਜਿੱਦਣ ਮਾਂ ਵਾਪਸ ਆਉਂਦੇ ਪੂਰਨ ਸਿੰਘ ਨੂੰ ਸਟੇਸ਼ਨ ਤੇ ਲੈਣ ਗਈ ਨਾ, ਪੂਰਨ ਸਿੰਘ ਨਹੀਂ ਆਇਆ, ਸਿਰ ਤੋਂ ਘੋਣ ਮੋਨ ਇੱਕ ਸੰਨਿਆਸੀ ਉਤਰਿਆ, ਪੈਰੀ ਹੱਥ ਲਾ ਕੇ ਕਹਿਣ ਲੱਗਾ ਮੈਂ ਪੂਰਨ ਸਿੰਘ ਹਾਂ। ਮਾਂ ਕਹਿੰਦੀ ਤੂੰ, ਤੇਰਾ ਸਰੀਰ ਜ਼ਰੂਰ ਖੜਾ ਹੈ ਪਰ ਮੇਰਾ ਪੂਰਨ ਸਿੰਘ ਨਹੀਂ ਪਰਤਿਆ। ਤੇ ਅਰਦਾਸ ਕੀਤੀ ਵੀ ਮਾਲਕਾ, ਮੈਂ ਜਪਜੀ ਪੂਰਨ ਸਿੰਘ ਦੇ ਹੱਥ ਵਿੱਚ ਨਹੀਂ ਸੀ ਫੜਾਇਆ, ਹੇ ਗੁਰੂ ਨਾਨਕ ਸਰੂਪ ਜਪਜੀ, ਮੈਂ ਤੇ ਪੂਰਨ ਸਿੰਘ ਤੇਰੇ ਹੱਥ 'ਚ ਫੜਾਇਆ ਸੀ ਤੇ ਮੈਨੂੰ ਤੇਰੇ ਤੇ ਭਰੋਸਾ ਆ। ਬੜਾ ਉੱਚ ਕੋਟੀ ਦਾ ਵਿਦਵਾਨ ਪੂਰਨ ਸਿੰਘ ਸੰਨਿਆਸੀ ਬਣਿਆ, ਪਹਿਲਾਂ ਬੋਧੀ ਬਣਿਆ ਫਿਰ ਸੰਨਿਆਸੀ ਬਣਿਆ। ਤੇ ਸ਼੍ਰੀ ਅੰਮ੍ਰਿਤਸਰ ਸਾਹਿਬ ਵਿੱਚ ਸਿੱਖ ਐਜੂਕੇਸ਼ਨ ਹੋਈ। ਉੱਥੇ ਬੁਲਾਰੇ ਸਾਰੇ ਬੁਲਾਏ ਗਏ ਤੇ ਇਸ ਵਿਦਵਾਨ ਜਿਹੜਾ ਵਿਦੇਸ਼ੋਂ ਉਸ ਵੇਲੇ ਪੜ੍ਹ ਕੇ ਆਇਆ ਸੀ, ਇਹਨੂੰ ਵੀ ਬੁਲਾਇਆ। ਇਹ 1900 ਤੋਂ ਬਾਅਦ ਕੋਈ ਪਹਿਲੇ ਦਹਾਕੇ ਦੀ ਗੱਲ ਹੈ, 11 ਕੁ ਦੇ ਨੇੜੇ। ਵਿਦਵਾਨ ਸੀ, ਇਸ ਸੰਨਿਆਸੀ ਨੂੰ ਵੀ ਸੱਦਿਆ। ਤੇ ਉਸ ਵਿਦਿਅਕ ਕਾਨਫਰੰਸ ਦੀ ਇੱਕ ਮਰਿਆਦਾ ਸੀ ਕਿ ਬੁਲਾਰਾ ਭਾਵੇਂ ਕੋਈ ਵੀ ਬੋਲੇ, ਪਹਿਲਾਂ 1 ਘੰਟਾ ਕੀਰਤਨ ਸੁਣੇਗਾ ਫਿਰ ਬੁਲਾਰਾ ਬੋਲੇਗਾ। ਤੇ ਕੀਰਤਨ ਕਰਨਾ ਸੀ ਭਾਈ ਹੀਰਾ ਸਿੰਘ ਜੀ, ਰਾਗੀ ਭਾਈ ਹੀਰਾ ਸਿੰਘ। ਗੁਰਮੁਖੋ ਉਹਨਾਂ ਦੇ ਜੀਵਨ ਬਾਰੇ ਮੈਂ ਪੜ੍ਹਿਆ, ਉਹ ਗੁਰੂ ਦੇ ਇੱਦਾਂ ਦੇ ਕੀਰਤਨੀਏ ਸੀ ਕਿ ਜਦੋਂ ਪਤਾ ਲੱਗ ਜਾਂਦਾ ਸੀ ਨਾ ਵੀ ਭਾਈ ਹੀਰਾ ਸਿੰਘ ਜੀ ਨੇ ਕੀਰਤਨ ਕਰਨਾ ਹੈ, ਤੇ ਮੁਸਲਮਾਨ ਮਾਵਾਂ ਆਪਣੇ ਬੱਚੇ ਲੁਕਾ ਲੈਂਦੀਆਂ ਸੀ ਵੀ ਜੇ ਹੀਰਾ ਸਿੰਘ ਦੀ ਰਸਨਾ ਤੋਂ ਇੱਕ ਵਾਰੀ ਕੀਰਤਨ ਸੁਣ ਲਿਆ ਤੇ ਇਹਨਾਂ ਦੇ ਮਨ ਮੋਮ ਵਾਂਗ ਪਿਘਲ ਜਾਣੇ ਆ, ਇਹਨਾਂ ਨੇ ਸਿੱਖ ਬਣ ਜਾਣਾ। ਐਡਾ ਜਾਦੂ ਸੀ ਉਸ ਜੁੜੀ ਹੋਈ ਸੁਰਤ ਦੇ ਅੰਦਰ। ਕੀਰਤਨ ਕੀਤਾ ਭਾਈ ਹੀਰਾ ਸਿੰਘ ਜੀ ਨੇ, ਬਾਣੀ ਦੀਆਂ ਧੁਨਾਂ ਪਈਆਂ ਕੰਨਾਂ 'ਚ, ਦਿਲ ਹੋਇਆ ਮੋਮ। ਤੇ ਕਾਨਫਰੰਸ 'ਚ ਬੈਠਿਆਂ ਕੋਲ ਬੈਠੇ ਭਾਈ ਸਾਹਿਬ ਭਾਈ ਵੀਰ ਸਿੰਘ ਜੀ, ਰੰਗ ਰੱਤੀ ਰੂਹ, ਦਿਵ ਦ੍ਰਿਸ਼ਟੀ ਦੇ ਮਾਲਕ ਮਹਾਂਪੁਰਖ ਸਿੱਖ ਵਿਦਵਾਨ ਡਾਕਟਰ ਭਾਈ ਵੀਰ ਸਿੰਘ।
ਪੂਰਨ ਸਿੰਘ ਦੇ ਸਿਰ ਤੇ ਹੱਥ ਫੇਰਿਆ ਤੇ ਕਹਿਣ ਲੱਗੇ, ਪੂਰਨ ਸਿੰਘ ਤੇਰੇ ਕੇਸ ਬੜੇ ਮੁਲਾਇਮ ਹੈ, ਤੇਰੀ ਮਾਂ ਨੇ ਬੜੇ ਸਾਂਭ ਕੇ ਰੱਖੇ ਜਾਪਦੇ ਆ। ਤੇ ਪਤਾ ਨਹੀਂ ਕਿਸ ਜਾਦੂ 'ਚ ਹੱਥ ਫੇਰਿਆ ਉਸ ਪਿਆਰ ਵਾਲੀ ਰੰਗ ਰੱਤੀ ਆਤਮਾ ਨੇ, ਪੂਰਨ ਸਿੰਘ ਦੀਆਂ ਭੁੱਬਾਂ ਨਿਕਲ ਗਈਆਂ, ਮਾਂ ਚੇਤੇ ਆ ਗਈ, ਕੇਸ ਚੇਤੇ ਆ ਗਏ। ਤੜਪ ਕੇ ਕਿਹਾ, ਮਾਂ ਦਾ ਵੀ ਧਿਆਨ ਧਰਿਆ, ਜਪਜੀ ਦਾ ਜਾਦੂ ਵਰਤਿਆ ਤੇ ਆਖਿਆ, ਆ ਕੇ ਕਮਰੇ 'ਚ ਕੈਂਚੀ ਸਮਾਨ ਸੁੱਟ ਦਿੱਤਾ। ਬੇਮੁਖ ਹੋਇਆ ਪੂਰਨ ਸਿੰਘ, ਸਿੱਖ ਦੀ ਛੋਹ ਪਾ ਕੇ, ਸਪਰਸ਼ ਪਾ ਕੇ ਜਦੋਂ ਮਾਂ ਦੇ ਸਾਹਮਣੇ ਫਿਰ ਗਿਆ ਨਾ ਜੀ, ਤੇ ਫਿਰ ਸੰਨਿਆਸੀ ਨਹੀਂ, ਪੂਰਨ ਸਿੰਘ ਗਿਆ, ਪੂਰਨ ਸਿੰਘ ਗਿਆ। ਮਾਂ ਦੀ ਰੂਹ ਖਿੜ ਗਈ, ਆਤਮਾ ਖਿੜ ਗਈ। ਸੋ ਇਹ ਹੈ ਸਿਦਕ ਵਾਲਿਆਂ ਦਾ ਸਪਰਸ਼, ਸਾਧ ਸੰਗਤ, ਜਿਹੜੇ ਸਨਮੁਖ ਜੂਨ ਵਾਲੇ ਆ। ਤਾਂ ਮਹਾਰਾਜ ਨੇ ਕਿਹਾ, ਸਿਦਕ ਵਾਲੇ ਹੈਗੇ ਆ, ਸਿੱਖੀ ਦਾ ਬੂਟਾ ਫੈਲੇਗਾ, ਪਰਚਮ 4 ਕੁੰਟਾਂ 'ਚ ਝੁੱਲਣਗੇ। ਸਿੱਖੀ ਫੈਲਾਉਣ ਦਾ ਸਾਧਨ ਕੋਈ ਵਸੀਲਾ ਨਹੀਂ, ਸਾਡੇ ਅੰਦਰ ਦਾ ਸਿਦਕ ਹੈ। ਜਿੰਨਾ ਪਰਪੱਕ ਹੋਏਗਾ ਓਨੀ ਸਿੱਖੀ ਚੜ੍ਹਦੀ ਕਲਾ 'ਚ ਜਾਏਗੀ। ਮਹਾਰਾਜ ਦਇਆ ਕਰਨ, ਅਸੀਂ ਬੇਦਾਵੀਏ ਨਾ ਬਣੀਏ, ਅਸੀਂ ਸਿਦਕ ਵਾਲੇ ਬਣ ਸਕੀਏ। ਸਿਦਕ ਦਾ ਜਾਦੂ ਵਰਤਦਾ ਸਾਧ ਸੰਗਤ। ਬੇਮੁਖ ਹੋਏ ਵੀ ਜੁੜ ਜਾਣਗੇ ਜੇ ਸਾਡੇ ਕੋਲ ਸਿੱਖੀ ਵਾਲਾ ਸਿਦਕ ਹੈ। ਜਿਵੇਂ ਮਾਈ ਭਾਗੋ ਨੇ ਜੋੜਿਆ ਸੀ ਨਾ ਜੀ, ਇੱਦਾਂ ਜੋੜਿਓ ਮੇਰੀਓ ਭੈਣੋ। ਟੁੱਟਿਆਂ ਹੋਇਆਂ ਨੂੰ ਜੋੜ ਲੈਣਾ, ਘਰਾਂ ਵੱਲ ਵਾਪਸ ਮੋੜ ਲੈਣਾ, ਗੁਰੂ ਦੇ ਚਰਨਾਂ ਵੱਲ। ਸਤਿਗੁਰੂ ਉਡੀਕ ਰਹੇ ਆ, ਉਹ ਗਲ ਨਾ ਲਾ ਕੇ ਨਿਵਾਜ ਕੇ ਕਹਿ ਲੈਣਗੇ, ਇਹ ਮੇਰੇ ਮਹਾਂ ਸਿੰਘ ਪਿਆਰੇ ਨੇ, ਉਡੀਕ ਰਹੇ। ਮਹਾਰਾਜ ਸਾਰਿਆਂ ਦੇ ਸਿਰ ਤੇ ਰਹਿਮਤ ਦਾ ਹੱਥ ਰੱਖਣ, ਭੁੱਲਾਂ ਬਖਸ਼ਿਓ ਜੀ, ਅਸੀਸ ਦੇਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੇ ਅਚੁੱਤ, ਹੇ ਪਾਰ ਬ੍ਰਹਮ, ਹੇ ਪੂਰਨ, ਹੇ ਸਰਬ ਮਹਿ, ਹੇ ਸੰਗੀ, ਹੇ ਨਿਰੰਕਾਰ, ਹੇ ਗੋਬਿੰਦ, ਹੇ ਗੁਣ ਨਿਧਾਨ, ਹੇ ਅਪਰੰਪਰ ਹਰਿ ਹਰੇ, ਹੇ ਸੰਤਾਂ ਕੈ ਸਦਾ ਸੰਗ, ਹੇ ਠਾਕੁਰ ਹਉ ਦਾਸਰੋ, ਨਾਨਕ ਦੀਜੈ ਨਾਮਦਾਨ, ਆਏ ਪ੍ਰਭ ਸ਼ਰਨਾਗਤੀ, ਏਕ ਅੱਖਰ ਹਰ ਮਨ ਬਸਤ, ਏਕ ਅੱਖਰ ਹਰ ਮਨ ਬਸਤ, ਰਾਖ ਪ੍ਰਭੂ ਭਾਵੇਂ ਮਾਰ, ਰਾਖ ਪ੍ਰਭੂ ਭਾਵੇਂ ਮਾਰ, ਰਾਖ ਪ੍ਰਭੂ ਭਾਵੇਂ ਮਾਰ, ਰਾਖ ਪ੍ਰਭੂ ਭਾਵੇਂ ਮਾਰ। अब हम चली ही ठाकुर पहार, अब हम चली ही ठाकुर पहार, जब हम शरण प्रभु की आई, जब हम शरण प्रभु की आई, राख प्रभु भावें मार, राख प्रभु भावें मार, राख राख प्रभु भावें मार, राख प्रभु भावें मार। वाहिगुरु जी का खालसा, वाहिगुरु जी की फतेह।